ਸੋਰਠ ਮਹਿਲਾ ਤੀਜਾ ਚੌਤੁਕੇ। ਸੱਚੀ ਭਗਤਿ ਸਤਿਗੁਰ ਤੇ ਹੋਵੈ, ਸੱਚੀ ਹਿਰਦੈ ਬਾਣੀ। ਸਤਿਗੁਰ ਸੇਵੇ ਸਦਾ ਸੁਖ ਪਾਏ, ਹਉ ਮੈਂ ਸ਼ਬਦ ਸਮਾਣੇ। ਸੱਚੀ ਭਗਤਿ ਸਤਿਗੁਰ ਤੇ ਹੋਵੈ, ਸੱਚੀ ਹਿਰਦੈ ਬਾਣੀ। ਸਤਿਗੁਰ ਸੇਵੇ ਸਦਾ ਸੁਖ ਪਾਏ, ਹਉ ਮੈਂ ਸ਼ਬਦ ਸਮਾਣੇ। ਬਿਨ ਗੁਰ ਸਾਚੇ ਭਗਤੀ ਨਾ ਹੋਵੇ, ਹੋਰ ਭੂਲੀ ਫਿਰੈ ਇਆਣੀ। ਮਨਮੁਖ ਫਿਰਹਿ ਸਦਾ ਦੁਖ ਪਾਵਹਿ, ਡੂਬ ਮੁਏ ਵਿਣ ਪਾਣੀ। ਭਾਈ ਰੇ ਸਦਾ ਰਹੋ ਸ਼ਰਣਾਈ, ਆਪਣੀ ਨਦਰ ਕਰੇ ਪਤ ਰਾਖੈ। ਹਰ ਨਾਮੋ ਦੇ ਵਡਿਆਈ ਰਹਾਉ, ਪੂਰੇ ਗੁਰ ਤੇ ਆਪ ਪਛਾਤਾ। ਸ਼ਬਦ ਸਚੈ ਵਿਚਾਰਾ, ਹਿਰਦੈ ਜਗ ਜੀਵਨ ਸਦ ਵਸਿਆ। ਤਜ ਕਾਮ ਕ੍ਰੋਧ ਅਹੰਕਾਰਾ, ਸਦਾ ਹਜੂਰ ਰਵਿਆ ਸਭ ਠਾਈ। ਹਿਰਦੈ ਨਾਮ ਅਪਾਰਾ, ਜੁਗ ਜੁਗ ਬਾਣੀ ਸ਼ਬਦ ਪਿਛਾਣੀ। ਨਾਉ ਮੀਠਾ ਮਨਹਿ ਪਿਆਰਾ, ਸਤਿਗੁਰ ਸੇਵ ਜਿਨੀ ਨਾਮ ਪਛਾਤਾ। ਸਫਲ ਜਨਮ ਜਗ ਆਇਆ, ਹਰ ਰਸ ਚਾਖ ਸਦਾ ਮਨ ਤ੍ਰਿਪਤਿਆ। ਗੁਣ ਗਾਵੈ ਗੁਣੀ ਅਗਾਇਆ, ਕਮਲ ਪ੍ਰਗਾਸ ਸਦਾ ਰੰਗ ਰਾਤਾ। ਅਨਹਦ ਸ਼ਬਦ ਵਜਾਇਆ, ਤਨ ਮਨ ਨਿਰਮਲ ਨਿਰਮਲ ਬਾਣੀ। ਸੱਚੇ ਸੱਚ ਸਮਾਇਆ, RAM ਨਾਮ ਕੀ ਗਤ ਕੋਈ ਨ ਬੂਝੈ। ਗੁਰਮਤਿ ਹਿਰਦੈ ਸਮਾਈ, ਗੁਰਮੁਖ ਹੋਵੈ ਸੋ ਮਗ ਪਛਾਣੈ। ਹਰ ਰਸ ਰਸਨ ਰਸਾਈ, ਜਪ ਤਪ ਸੰਜਮ ਸਭ ਗੁਰ ਤੇ ਹੋਵੈ। ਹਿਰਦੈ ਨਾਮ ਵਸਾਈ, ਨਾਨਕ ਨਾਮ ਸੰਭਾਲਹਿ। ਸੇ ਜਨ ਸੋਹਨ ਦਰ ਸਾਚੈ ਪਤ ਪਾਈ। ਜਪ ਤਪ ਸੰਜਮ ਸਭ ਗੁਰ ਤੇ ਹੋਵੈ, ਹਿਰਦੈ ਨਾਮ ਵਸਾਈ। ਨਾਨਕ ਨਾਮ ਸੰਭਾਲਹਿ, ਸੇ ਜਨ ਸੋਹਨ ਦਰ ਸਾਚੈ ਪਤ ਪਾਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਪਾਤਸ਼ਾਹ ਸਾਹਿਬ ਜੀ ਦੇ ਪਾਵਨ ਦਰਬਾਰ ਦੀਆਂ ਹਾਜ਼ਰੀਆਂ ਭਰਦੇ ਆ। ਗੁਰੂ ਪਾਤਸ਼ਾਹ ਸਾਹਿਬ ਜੀ ਦੇ ਆਪਣੇ ਹੀ ਨਿਜ ਪਾਵਨ ਸਰੂਪ ਸ਼ਬਦ ਨਾਲ ਚਿੱਤ ਲਾ ਕੇ, ਜਦ ਆਪ ਸਾਵਧਾਨ ਤੇ ਇਕਾਗਰ ਚਿੱਤ ਹੋਏ ਜੁੜ ਮਿਲ ਬੈਠੇ ਹੋ, ਪਾਤਸ਼ਾਹ ਗੁਰਦੇਵ ਜੀ ਦੀਆਂ ਬੇਅੰਤ ਮਹਿਰਮਤਾਂ ਤੇ ਵਡਿਆਈਆਂ ਜੋ ਸਤ ਸੰਗਤ ਵਿੱਚ ਸਦਾ ਵਰਤਦੀਆਂ ਨੇ, ਆਪ ਉਹਨਾਂ ਦੇ ਸਾਂਝੀ ਤੇ ਧਾਰਣੀ ਹੋਇਓ। ਕਿਰਪਾਲਤਾ ਕਰਨਾ।
ਆਪਣੇ ਨਿਰਮਲ ਹਿਰਦੇ 'ਚੋਂ ਅਰਦਾਸ ਕਰਨਾ, ਜੋ ਗੁਰੂ ਪਾਤਸ਼ਾਹ ਸਾਹਿਬ ਜੀ ਰਹਿਮਤ ਕਰਨ। ਪਾਵਨ ਸ਼ਬਦ ਦੀ ਵਿਚਾਰ, ਬੋਲਣ ਦਾ ਤਾਣ ਅਤੇ ਵਿਚਾਰ ਦਾ ਪ੍ਰਵਾਹ ਬਖਸ਼ਣ। ਇੱਕ ਵਾਰ ਆਸੀਸ ਦਿੰਦਿਆਂ ਅੰਮ੍ਰਿਤ ਦ੍ਰਿਸ਼ਟੀ ਪਾ ਕੇ ਜਪਣਾ ਜੀ ਸਤਨਾਮ ਸ਼੍ਰੀ ਵਾਹਿਗੁਰੂ। ਗਰੀਬ ਨਿਵਾਸ ਘਟ ਘਟ ਕੇ ਵਾਸੀ ਸ਼੍ਰੀ ਅਕਾਲ ਪੁਰਖ ਵਾਹਿਗੁਰੂ ਜੀ ਦਾ ਕੋਟਾਨ ਕੋਟ ਸ਼ੁਕਰਾਨਾ ਹੈ, ਜੋ ਸੱਚੇ ਪਾਤਸ਼ਾਹ ਸਾਹਿਬ ਜੀ ਨੇ ਕਿਰਪਾ ਕੀਤੀ ਹੈ। ਸੰਪੂਰਨ ਰੈਣ ਆਪਣੇ ਪਿਆਰ ਤੇ ਭਾਣੇ ਵਿੱਚ ਬਤੀਤ ਕਰਾਈ। ਅੰਮ੍ਰਿਤ ਵੇਲੇ ਕੀ ਜਾਗ ਬਖਸ਼ਿਸ਼ ਕੀਤੀ ਤੇ ਇਸ ਵਕਤ ਆਪਣੇ ਪਾਵਨ ਦਰਬਾਰ ਦੀ ਹਾਜ਼ਰੀ ਭਰਨ ਦਾ ਸੁਭਾਗ ਬਖਸ਼ਿਆ। ਹਰ ਰੋਜ਼ ਦੀ ਤਰ੍ਹਾਂ ਅੱਜ ਵੀ ਸੱਚੇ ਸਾਹਿਬ ਦੀ ਬਖਸ਼ਿਸ਼ ਦਾ ਦਰ ਖੁੱਲ੍ਹੇ ਤੇ ਸਾਨੂੰ ਜੋ ਉਪਦੇਸ਼ ਪ੍ਰਾਪਤ ਹੋਏ ਆਪਨੇ ਕਿਤੇ ਗੌਰ ਕੀਤਾ ਵੇ। ਕੱਲ੍ਹ ਵੀ ਇਹੀ ਮਹਾਰਾਜ ਨੇ ਕਿਹਾ ਸੀ, ਰਸਨਾ ਗੁਣ ਗੋਪਾਲ ਨਿਤ ਗਾਇਨ। ਸਾਡੇ ਵਾਸਤੇ ਜੋ ਅਸੀਂ ਨਾਨਕਸ਼ਾਹੀ ਕੈਲੰਡਰ ਕਹਿੰਦੇ ਹਾਂ, ਦੂਸਰਾ ਦਿਨ ਚੜ੍ਹਿਆ ਹੈ, ਔਰ ਇਸ ਚੜ੍ਹੇ ਹੋਏ ਦਿਨ 'ਚ ਇਸ ਵਰ੍ਹੇ ਦੇ ਵਿੱਚ ਦੂਸਰੀ ਵਾਰ ਮਹਾਰਾਜ ਨੇ ਇਹੀ ਗੱਲ ਦੁਬਾਰਾ ਦੁਹਰਾ ਕੇ ਕੀਤੀ ਹੈ। ਜਾਂ ਇੰਝ ਕਹਿ ਲਈਏ ਕਿ ਸਾਡੇ ਜੀਵਨ ਦੀ ਅਗਰ ਤਰੱਕੀ ਹੈ, ਜੀਵਨ ਦਾ ਠਹਿਰਾਓ ਹੈ, ਤੇ ਇੱਕ ਹੀ ਕੰਮ ਦੇ ਵਿੱਚ, ਉਹ ਹੈ ਪ੍ਰਭੂ ਜੀ ਦਾ ਨਾਮ, ਔਰ ਨਾਮ ਮਿਲਦਾ ਗੁਰੂ ਦੇ ਸਦਕੇ। ਕਿਉਂਕਿ ਨਾਮ ਕੋਈ ਵਸਤੂ ਨਹੀਂ ਹੈ ਕਿ ਅਸੀਂ ਹੱਥ 'ਚ ਪਕੜ ਕੇ ਕਿਸ ਨੂੰ ਦੇ ਦਿੱਤੀ, ਇਹ ਕੁਟਾਰਚ ਨਹੀਂ ਕਿ ਅਸੀਂ ਇੱਕ ਤੋਂ ਪਕੜੀ ਦੂਜੇ ਨੂੰ ਦੇ ਦਿੱਤੀ, ਤੀਜੇ ਨੂੰ ਦੇ ਦਿੱਤੀ। ਇਹ ਤਾਂ ਇੱਕ ਆਨੰਦ ਹੈ, ਇੱਕ ਸ਼ਕਤੀ ਹੈ, ਇੱਕ ਤਾਕਤ ਹੈ, ਇੱਕ ਅਹਿਸਾਸ ਹੈ, ਇੱਕ ਪ੍ਰੇਮ ਹੈ। ਜਿਸ ਵੀ ਨਾਮ ਦੇ ਨਾਲ, ਜਿਸ ਵੀ ਸ਼ਬਦ ਦੇ ਨਾਲ ਕੋਈ ਇਸ ਨੂੰ ਸਮਝ ਸਕਦਾ ਹੈ, ਕੋਈ ਸਮਝ ਲੈ। ਇੱਥੇ ਆਪਾਂ ਬੈਠਦੇ ਹਾਂ ਨਾ, ਭਾਵੇਂ ਕਥਾ ਕਰਦੇ ਹਾਂ, ਸੁਣਦੇ ਹਾਂ ਕੀਰਤਨ ਦੇ ਰੂਪ ਵਿੱਚ। ਕਈ ਵਾਰ ਹੁੰਦਾ ਪਿੱਛੇ ਕਥਾ ਕੀਰਤਨ ਦਾ ਪ੍ਰਵਾਹ ਨਹੀਂ ਚੱਲ ਰਿਹਾ ਹੁੰਦਾ, ਕਿਤੇ ਕੋਈ ਬੈਠਾ ਪਾਠ ਕਰ ਰਿਹਾ ਹੁੰਦਾ ਹੈ, ਕਿਤੇ ਕੋਈ ਬੈਠਾ ਵਾਹਿਗੁਰੂ ਵਾਹਿਗੁਰੂ ਆਪਣੇ ਆਨੰਦ ਵਿੱਚ ਚਿੱਤ ਵਿੱਚ ਜਪ ਰਿਹਾ ਹੁੰਦਾ। ਤਦ ਵੀ ਇੱਥੇ ਨਾਮ ਦਾ ਸੂਖਸ਼ਮ ਪ੍ਰਭਾਵ ਬਰਕਰਾਰ ਰਹਿੰਦਾ ਹੈ। ਜ਼ਰੂਰਤ ਹੁੰਦੀ ਕਿ ਸਾਨੂੰ ਇੱਥੇ ਆ ਕੇ ਆਪਣੇ ਆਪ ਨੂੰ ਸ਼ਬਦ ਦੇ ਦਾਇਰੇ ਵਿੱਚ, ਜੋ ਗੁਰੂ ਦਾ ਦਾਇਰਾ ਹੈ, ਉਹਦੇ ਵਿੱਚ ਕਨੈਕਟ ਕਰਨਾ, ਪਲੱਗ ਕਰਨਾ ਹੈ, ਜਿਹਨੂੰ ਗੁਰਬਾਣੀ ਵਿੱਚ ਲਿਵ ਕਹਿੰਦੇ ਨੇ। ਬਸ ਲਿਵ ਲਗਾਉਣੀ ਹੀ ਸਭ ਤੋਂ ਉੱਤਮ ਹੈ। ਬਾਕੀ ਕੀ ਪਾਠ ਕਰਦੇ ਹੋ, ਕੀ ਸੁਣਦੇ ਹੋ, ਉਹ ਅਲੱਗ ਚੀਜ਼ ਹੈ, ਪਰ ਕਨੈਕਟ ਹੋਣਾ ਸਭ ਤੋਂ ਕੀਮਤੀ ਚੀਜ਼ ਹੈ। ਜਿਵੇਂ ਅਸੀਂ ਪਲੱਗ ਨੂੰ ਇੱਕ ਵਾਰ ਆਪਣੇ ਮੋਬਾਈਲ ਨੂੰ ਪਲੱਗ ਕਰਤਾ ਹੈ, ਅਤੇ ਫਿਰ ਭਾਵੇਂ ਉਹਦਾ ਰੰਗ ਕਾਲਾ ਹੈ ਅਤੇ ਭਾਵੇਂ ਚਿੱਟਾ ਹੈ, ਅਤੇ ਕੋਈ ਕੀ ਫਰਕ ਪੈਂਦਾ, ਸਾਡਾ ਤਾਂ ਉਹਨੇ ਮੋਬਾਈਲ ਚਾਰਜ ਕਰ ਹੀ ਦੇਣਾ ਹੈ ਨਾ। ਫਿਰ ਇੱਥੇ ਬੈਠ ਕੇ ਕੋਈ ਆਸਾ ਕੀ ਵਾਰ ਦਾ ਕੀਰਤਨ ਕਰਦਾ ਹੈ, ਕੋਈ ਸੋਦਰ ਦਾ ਪਾਠ ਕਰਦਾ ਹੈ, ਕੋਈ ਬਹਿ ਕੇ ਜਪਜੀ ਸਾਹਿਬ ਦਾ ਪਾਠ ਇੱਥੇ ਹੋ ਰਿਹਾ ਸੁਣਦਾ ਹੈ, ਉਹ ਇੱਕੋ ਹੀ ਚੀਜ਼ ਹੈ ਸਾਰੀ। ਕਿਉਂਕਿ ਗੁਰੂ ਕੀ ਬਾਣੀ ਇੱਕ ਹੀ ਹੈ, ਉਹਦੇ ਸਰੂਪ ਵਿਧਾਵਾਂ ਸਾਡੇ ਵਾਸਤੇ ਅਲੱਗ-ਅਲੱਗ ਬਣਾਤੀਆਂ ਭਾਈ, ਉਹਨੂੰ ਅਲੱਗ-ਅਲੱਗ ਤਰੀਕੇ ਨਾਲ ਸਮਝਿਆ ਅਤੇ ਜਾਣਿਆ ਜਾਂਦਾ ਹੈ, ਪਰ ਉੱਥੇ ਜੋ ਤਾਕਤ ਮਿਲਦੀ ਉਹ ਇੱਕੋ ਹੀ ਹੈ। ਹਾਂ, ਇਹ ਕਿਹਾ ਜਾਂਦਾ ਹੈ ਵੀ ਕਿਸੇ ਦੀ ਤਾਕਤ ਵੱਧ ਹੈ ਅਤੇ ਕਿਸੇ ਦੀ ਘੱਟ ਹੈ। ਅੱਜ ਤੱਕ ਦੇ ਜਿਤਨੇ ਵਡੇਰੇ ਮਹਾਂਪੁਰਖਾਂ ਤੋਂ ਗੁਰੂ ਪਾਤਸ਼ਾਹ ਦੇ ਸਾਖੀਆਂ 'ਚੋਂ ਬਚਨ ਸੁਣੇ ਨੇ, ਸਭ ਤੋਂ ਵੱਧ ਤਾਕਤ ਕੀਰਤਨ 'ਚੋਂ ਮਿਲਦੀ ਹੈ। ਕੀਰਤਨ 'ਤੇ ਕਹਿੰਦਾ, ਕੀਰਤਨ ਹੈ ਮੇਘ ਕੀ ਵਰਖਾ। ਜਿਵੇਂ ਮੀਂਹ ਪਵੇ ਅਤੇ ਸਭ ਛੋਟਾ ਵੱਡਾ ਉੱਚਾ ਨੀਵਾਂ ਸਭ ਇੱਕ ਸਮਾਨ ਭਿੱਜਦੇ ਨੇ ਨਾ, ਕੀਰਤਨ ਦੇ ਰਾਹੀਂ ਇਸੇ ਤਰ੍ਹਾਂ ਪੜ੍ਹੇ ਲਿਖੇ ਅਨਪੜ੍ਹ ਸਾਰੇ ਹੀ ਇੱਕ ਵਾਰ ਰਾਉਂ 'ਚ ਆ ਜਾਂਦੇ, ਕਿਉਂਕਿ ਸੰਗੀਤ ਨਾਲ ਚੱਲਦਾ ਹੈ। ਸੰਗੀਤ ਦੀ ਮਧੁਰਤਾ ਸਾਡੀ ਆਤਮਾ ਨੂੰ ਲੈ ਤੁਰਦੀ ਹੈ, ਅਤੇ ਇੱਕ ਵਾਰ ਸਭ ਪਾਪ ਰੁੜ ਜਾਂਦੇ ਨੇ। ਅਤੇ ਫਿਰ ਚੇਤਾ ਰੱਖਣਾ, ਜਿਹਨੂੰ ਕਹਿੰਦੇ ਕਥਾ, ਇਹ ਮੀਂਹ ਵਾਂਗ ਤੇ ਨਹੀਂ ਹੁੰਦੀ, ਪਰ ਝੜੀ ਜਿਵੇਂ ਬਰਸਤ ਜਿਵੇਂ ਜਲ ਹੈ। ਹੌਲੀ ਹੌਲੀ ਇੱਕ ਇੱਕ ਗੱਲ ਜੇ ਸਮਝ ਆਉਣ ਲੱਗ ਪਏ ਤਾਂ ਜੀਵਨ ਬਦਲਦਾ ਹੈ। ਕੀਰਤਨ ਅਤੇ ਕਥਾ ਦਾ ਇਸੇ ਕਰਕੇ ਸੁਮੇਲ ਕੀਤਾ ਗਿਆ ਹੈ ਵੀ ਕੀਰਤਨ ਦੇ ਨਾਲ ਇੱਕ ਮਾਹੌਲ ਬਣਦਾ, ਇੱਕ ਮਨ ਉਤੇਜਿਤ ਹੋ ਜਾਂਦਾ ਹੈ, ਅਤੇ ਕਥਾ ਦੇ ਨਾਲ ਫਿਰ ਉਹਨੂੰ ਸਹੀ ਮਾਰਗਦਰਸ਼ਨ, ਡਾਇਰੈਕਸ਼ਨ ਮਿਲ ਜਾਂਦੀ ਹੈ।
ਆਪਾਂ ਸਮਝਣ ਦਾ ਹੀ ਤੇ ਯਤਨ ਕਰਨਾ ਹੈ। ਗੁਰੂਦੇਵ ਸਾਨੂੰ ਡਾਇਰੈਕਸ਼ਨ ਦੇ ਰਹੇ ਨੇ, ਰਸਨਾ ਗੁਣ ਗੋਪਾਲ ਨਿਤ ਗਾਇਣ। ਭਾਈ ਤੈਨੂੰ ਕਰਤਾ ਪੁਰਖ ਵਾਹਿਗੁਰੂ ਜੀ ਨੇ ਜੀਵਨ ਦਿੱਤਾ ਹੈ, ਰਸਨਾ ਦਿੱਤੀ ਹੈ। ਇਹ ਰਸਨਾ ਬੋਲ ਕਬੋਲ ਬੋਲਣ ਵਾਸਤੇ ਨਹੀਂ ਹੈ, ਇਹ ਰਸਨਾ ਨਿੰਦਾ ਚੁਗਲੀਆਂ ਵਾਸਤੇ ਨਹੀਂ ਹੈ, ਵਰਤੋਂ ਕਿਸੇ ਵਾਸਤੇ ਕਰਦੇ ਬਾਤ ਅਲੱਗ ਹੈ। ਬਸ ਇਸ ਰਸਤਾ ਇਹਨਾਂ ਦਾ ਬਿਹਤਰ ਤੋਂ ਸਭ ਤੋਂ ਜੋ ਬਿਹਤਰੀਨ ਕਰਤੱਵ ਹੈ ਉਹ ਪਰਮੇਸ਼ਰ ਦਾ ਬੰਦਗੀ ਕਰਨਾ ਹੈ। ਇਹ ਰਸਨਾ ਤੂੰ ਅਨ ਰਸ ਰਾਚ ਰਹੀ, ਤੇਰੀ ਪਿਆਸ ਨਾ ਜਾਏ, ਪਿਆਸ ਨਾ ਜਾਏ ਹੁਰਤ ਕਿਤੇ ਜਿਚਰ ਹਰ ਰਸ ਪੱਲੇ ਨਾ ਪਾਏ। ਇੱਥੇ ਅਸੀਂ ਹਰੀ ਰਸ ਪ੍ਰਾਪਤ ਕਰਨਾ ਹੈ। ਅਤੇ ਉਹ ਹਰੀ ਰਸ ਸਾਨੂੰ ਕਿਸ ਤਰ੍ਹਾਂ ਮਿਲੇਗਾ? ਵਾਹਿਗੁਰੂ ਵਾਹਿਗੁਰੂ ਕਹਿੰਦਿਆਂ ਮਿਲੇਗਾ, ਸੱਤ ਹੈ। ਬਾਣੀ ਪੜ੍ਹਦਿਆਂ ਮਿਲੇਗਾ, ਇਹ ਵੀ ਸੱਤ ਹੈ। ਕਥਾ ਕੀਰਤਨ ਸੁਣਦਿਆਂ ਅਤੇ ਕਰਦਿਆਂ ਮਿਲੇਗਾ, ਇਹ ਵੀ ਸੱਤ ਹੈ। ਕਿਉਂਕਿ ਰਸ ਦਾ ਮਤਲਬ ਜਿਵੇਂ ਭੋਜਨ ਤੋਂ ਬਾਅਦ ਆਪਾਂ ਕਹਿੰਦੇ ਤੰਦਰੁਸਤੀ ਮਿਲਣੀ ਚਾਹੀਦੀ ਹੈ। ਹੁਣ ਤੁਸੀਂ ਭੋਜਨ ਕੀ ਛਕਦੇ ਹੋ ਇਹਦਾ ਮਤਲਬ ਉਤਨਾ ਨਹੀਂ ਹੈ। ਫੋਕਸ ਹੈ ਤੇ ਕੀ ਤੁਹਾਡੇ ਸਰੀਰ ਦੀਆਂ ਸਾਰੀਆਂ ਲੋੜਾਂ ਇਸ ਭੋਜਨ ਦੇ ਥਰੂ ਪੂਰੀਆਂ ਹੋ ਰਹੀਆਂ ਨੇ? ਕੀ ਰਿਚ ਡਾਈਟ ਹੈ ਤੁਹਾਡੀ? ਜੇ ਠੀਕ ਹੈ ਡਾਈਟ ਤੁਹਾਡੀ ਤਾਂ ਤੁਸੀਂ ਠੀਕ ਕੰਮ ਕਰ ਰਹੇ ਹੋ। ਕੋਈ ਫਰਕ ਨਹੀਂ ਪੈਂਦਾ ਤੁਸੀਂ ਸੋਨੇ ਦੀ ਪਲੇਟ ਧਰ ਕੇ ਖਾਂਦੇ ਹੋ ਕਿ ਪੱਤੇ 'ਤੇ ਧਰ ਕੇ ਖਾਂਦੇ ਹੋ, ਕੋਈ ਫਰਕ ਨਹੀਂ ਪੈਂਦਾ। ਔਰ ਇਹ ਵੀ ਕੋਈ ਨਹੀਂ ਕਿ ਤੁਸੀਂ ਬੜਾ ਮਹਿੰਗਾ ਆਈਟਮ ਲੈ ਕੇ ਖਾ ਰਹੇ ਹੋ ਜਾਂ ਸਸਤਾ ਖਾ ਰਹੇ ਹੋ। ਕੀਮਤ ਹੈ ਕਿ ਸਿਹਤ ਵਾਸਤੇ ਠੀਕ ਹੈ ਔਰ ਤੁਹਾਡੀ ਜੋ ਸਰੀਰਕ ਜ਼ਰੂਰਤ ਹੈ ਉਹ ਪੂਰੀ ਹੋ ਰਹੀ ਹੈ। ਬਸ ਕੰਮ ਇਤਨਾ ਕੁ ਹੈ। ਅਤੇ ਇਸੇ ਤਰ੍ਹਾਂ ਸਾਡੀ ਰੂਹਾਨੀ ਮੰਡਲ ਦੀ ਜ਼ਰੂਰਤ ਪੂਰੀ ਹੋਣੀ ਚਾਹੀਦੀ ਹੈ। ਔਰ ਯਾਦ ਰੱਖਣਾ ਉਹ ਹੁਣੇ ਜੇ ਗੁਰੂ ਤੋਂ, ਉਹ ਗੁਰੂ ਦੇ ਸ਼ਬਦ ਨੂੰ ਇੱਕ ਥਾਲ ਕੇ 2 ਵਾਰ ਮੁੰਦਾਵਣੀ ਦਾ ਜ਼ਿਕਰ ਗੁਰਬਾਣੀ ਵਿੱਚ ਕੀਤਾ ਕਿ ਜਿੱਥੇ ਦੱਸਿਆ ਗਿਆ ਥਾਲ ਵਿੱਚ 3 ਵਸਤੂ ਪਈਓ। ਇਹ 3 ਪੱਧਰ ਦੀਆਂ ਵਸਤੂਆਂ ਨੇ, ਸਤ, ਸੰਤੋਖ, ਵਿਚਾਰ। ਹੁਣ ਇਹਨਾਂ ਨੂੰ ਅਸਾਂ ਹੌਲੀ ਹੌਲੀ ਸਮਝਦੇ ਜਾਣਾ ਅਤੇ ਅੱਜ ਪਾਵਨ ਬਚਨ ਲੜੀ ਇਸ ਨੂੰ ਪ੍ਰਾਪਤ ਹੋ ਰਹੇ। ਇਹ ਗੱਲ ਸਾਨੂੰ ਸਮਝ ਆਏ ਜੀ ਆਰੰਭ ਤੱਕ ਕੀਤੀ ਸੀ ਕਿ ਸਤਿਗੁਰੂ ਤੋਂ ਬਿਨਾਂ ਭਗਤੀ ਨਹੀਂ ਜੀ ਹੁੰਦੀ। ਭਗਤੀ ਦੇ ਸਦਕੇ ਨਾਮ ਦੀ ਸ਼ਕਤੀ ਮਿਲਦੀ ਹੈ। ਸਿਆਣੇ ਕਹਿੰਦੇ ਨੇ ਭਗਤੀ ਤੋਂ ਸ਼ਕਤੀ ਪੈਦਾ ਹੁੰਦੀ ਹੈ। ਅਗਰ ਅਸੀਂ ਸੰਸਾਰ ਵਿੱਚ ਕਿਸੇ ਵੀ ਪੱਧਰ ਦੀ ਸ਼ਕਤੀ ਪ੍ਰਾਪਤ ਕਰਨਾ ਚਾਹੁੰਦੇ ਹਾਂ ਤਾਂ ਸਾਨੂੰ ਭਗਤੀ ਕਰਨੀ ਪਏਗੀ। ਅਤੇ ਭਗਤੀ ਦੇ ਲੋਕਾਂ ਅਲੱਗ-ਅਲੱਗ ਰੂਪ ਬਣਾ ਲਏ। ਗੁਰੂ ਨਾਨਕ ਪਾਤਸ਼ਾਹ ਸਾਹਿਬ ਜੀ ਨੇ ਭਗਤੀ ਦੇ ਉਹਨਾਂ ਰੂਪਾਂ ਦੀ ਵਿਆਖਿਆਵਾਂ ਹੀ ਨਹੀਂ ਕੀਤੀਆਂ। ਇੱਕ ਥਾਂ ਦੱਸਿਆ ਹੈ ਕਿ ਭਗਤੀ 9 ਪ੍ਰਕਾਰ ਆ। ਪਰ ਠੀਕ ਹੈ, ਗਿਆਨ ਵਿੱਚ ਸਾਨੂੰ ਪਤਾ ਹੋਣਾ ਚਾਹੀਦਾ ਕਿ ਲੋਕ ਇਹ ਕਰਦੇ ਨੇ, ਪਰ ਸਤਿਗੁਰੂ ਕਹਿੰਦੇ ਕਿ ਤੁਸੀਂ ਪ੍ਰੇਮ ਕਰਨਾ। ਬਸ ਪ੍ਰੇਮਾ ਭਗਤੀ ਸੇ ਕਰਕੇ ਗੁਰੂ ਨਾਨਕ ਦੇ ਘਰ ਕੀਰਤਨ ਭਗਤੀ, ਅਤੇ ਉਹ ਵੀ ਪ੍ਰੇਮਾ ਭਗਤੀ ਦੇ ਮੰਡਲ 'ਚ ਗੱਲ ਮੁਕਾਤੀ ਕਿ ਤੁਸੀਂ ਪ੍ਰੇਮ ਕਰਨਾ। ਸਤਿਗੁਰੂ ਨੂੰ ਪ੍ਰੇਮ ਕਰੋ, ਸਤਿਗੁਰੂ ਦੇ ਸ਼ਬਦ ਦਾ ਕੀਰਤਨ ਕਰੋ, ਬਸ ਇਤਨਾ ਹੀ ਹੈ। ਇਹਦੇ ਨਾਲ ਕੀ ਮਿਲੇਗਾ? ਜਿਉਂ-ਜਿਉਂ ਅਸੀਂ ਸਤਿਗੁਰੂ ਦੇ ਸ਼ਬਦ ਨੂੰ ਪ੍ਰੇਮ ਨਾਲ ਪੜ੍ਹਦੇ ਸੁਣਦੇ ਕੀਰਤਨ ਜਾਵਾਂਗੇ ਅਤੇ ਸਾਨੂੰ ਇਹਦੇ ਤੋਂ ਨਾਮ ਪ੍ਰਾਪਤ ਹੋਏਗਾ। ਜਿੱਥੇ ਪਿੱਛੇ ਠਹਿਰੇ ਸਾਂ ਉਹਦੇ ਨਾਲ ਜੁੜ ਸਕੀਏ। ਜਦੋਂ ਅਸੀਂ ਗੁਰੂ ਕੀ ਸ਼ਰਨ ਵਿੱਚ ਆ ਜਾਂਦੇ ਹਾਂ, ਹੁਕਮ ਹੈ ਨਾ ਭਾਈ ਰੇ ਸਦਾ ਰਹੋ ਸ਼ਰਣਾਈ, ਸ਼ਰਨ ਵਿੱਚ ਆ ਕੇ ਬਹਿ ਜਾਓ। ਬਸ ਆਪਣਾ ਇਤਨਾ ਹੀ ਕੰਮ ਹੈ, ਤੁਸੀਂ ਆ ਕੇ ਬਹਿ ਜਾਣਾ ਹੈ। ਅਗਲਾ ਕੰਮ ਗੁਰੂ ਕਾ ਹੈ। ਬਹਿ ਕੇ ਕੰਮ ਕੀ ਕਰਨਾ ਹੈ? ਆਪਣੀਆਂ ਸੋਚਾਂ ਨੂੰ, ਆਪਣੀਆਂ ਵਿਚਾਰਾਂ ਨੂੰ ਵਿਸ਼ਰਾਮ ਦੇ ਦੇਣਾ ਹੈ। ਮਨ ਨੂੰ ਕਹਿਣਾ ਕੁਝ ਸਮਾਂ ਭਾਈ ਟਿਕ ਜਾ, ਕੁਝ ਸਮਾਂ ਬਸ। ਠੀਕ ਹੈ, ਮਨ ਸਮੇਂ ਦੇ ਮੁਤਾਬਕ ਹੁੰਦਾ ਹੈ, ਉਹਨੂੰ ਟਾਈਮ ਬਾਉਂਡ ਕਰ ਦਿਓ। ਠੀਕ ਹੈ ਭਾਈ, ਆਪਾਂ 8 ਵਜੇ ਤੱਕ ਨਾ ਹੁਣ ਨਹੀਂ ਸੋਚਣਾ ਵਿਚਾਰਨਾ, ਕੋਈ ਗੱਲ ਨਹੀਂ, ਜੋ ਹੋਏਗਾ ਬਾਅਦ ਉਹ ਤੋਂ ਬਾਅਦ ਦੇਖਾਂਗੇ। ਕਿਉਂਕਿ ਮਨ ਟਾਈਮ ਬਾਉਂਡ ਹੈ, ਸਮੇਂ ਦੇ ਨਾਲ ਬੱਧਾ ਹੋਇਆ। ਇਸੇ ਕਰਕੇ ਸਮੇਂ ਦੇ ਵਿੱਚ ਇਹ ਟਿਕਿਆ ਰਹਿੰਦਾ ਹੈ। ਕਰੀਏ ਕੀ ਫਿਰ? ਅਸੀਂ ਸ਼ਰਨ ਵਿੱਚ ਆ ਗਏ, ਫਿਰ ਉਹ ਆਪਣੀ ਨਦਰ ਕਰੇਗਾ। ਜੇ ਅਸੀਂ ਇੰਨਾ ਕੰਮ ਕਰਨ 'ਚ ਸਮਰੱਥ ਹੋ ਗਏ ਕਿ ਆਪਣੇ ਮਨ ਨੂੰ ਸਮਝਾ ਲਿਆ ਕਿ ਮਨਾ ਟਿਕ ਜਾ, ਅਤੇ ਜੇ ਟਿਕ ਗਏ ਤਾਂ ਕੁਝ ਮਿਲੇਗਾ। ਫਿਰ ਮਿਲੇਗਾ ਪੂਰੇ ਗੁਰ ਤੇ ਆਪ ਪਛਾਤਾ, ਪੂਰੇ ਸਤਿਗੁਰ ਦੀ ਨਦਰ ਪਏਗੀ, ਸਾਡੇ 'ਤੇ ਰੌਸ਼ਨੀ ਪ੍ਰਾਪਤ ਪਏਗੀ। ਅਤੇ ਰੌਸ਼ਨੀ ਵਿੱਚ ਸਭ ਤੋਂ ਪਹਿਲਾਂ ਆਪਣੇ ਆਪ ਨੂੰ ਦੇਖਿਆ ਜਾਂਦਾ ਹੈ, ਆਪਣੇ ਆਪ ਨੂੰ ਜਾਣਿਆ ਜਾਂਦਾ ਹੈ, ਆਪਣੇ ਸਰੂਪ ਨੂੰ ਪਹਿਚਾਣਿਆ ਜਾਂਦਾ ਹੈ। ਜਿਸ ਨੇ ਵੀ ਗੁਰੂ ਸ਼ਬਦ ਦੇ ਗਿਆਨ ਸਦਕੇ ਆਪਣੇ ਨਿਜ ਸਵੈ ਸਰੂਪ ਨੂੰ ਪਹਿਚਾਣ ਲਿਆ, ਸਮਝ ਲਓ ਉਹ ਆਪਣੀ ਮੰਜ਼ਿਲ ਵੱਲ ਵੱਧ ਸਕਦਾ ਹੈ। ਜਿਤਨਾ ਚਿਰ ਸਾਨੂੰ ਇਹੀ ਨਹੀਂ ਪਤਾ ਲੱਗਦਾ ਕਿ ਮੈਂ ਕੌਣ ਹਾਂ, ਮੈਂ ਜਾਣਾ ਕਿੱਥੇ ਹੈ,
पूरे गुरु ते आप पछाता, शब्द सच्चा विचारा। और अपने आप ਨੂੰ ਪਹਿਚਾਨ ਦੀ ਸਭ ਤੋਂ ਬਿਹਤਰ ਜੁਗਤ ਹੈ ਸੱਚੇ ਸ਼ਬਦ ਦੇ ਵਿਚਾਰ ਦੇ ਸਦਕੇ ਆਪਾਂ ਆਪਣੇ ਆਪ ਨੂੰ ਪਛਾਣ। ਔਰ ਜਿਉਂ-ਜਿਉਂ ਸਮਝ ਆਉਂਦੀ ਤਿਉਂ ਵਿਚਾਰ ਹੀ ਇੱਕ ਖਿਆਲ ਹੀ ਸਾਡੇ ਅੰਦਰ ਟਿਕਣ ਲੱਗ ਪੈਂਦਾ ਹੈ, ਜਿਹਨੂੰ ਕਹਿੰਦੇ ਹਿਰਦੈ ਜਗਜੀਵਨ ਸਦ ਵਸਿਆ। ਜਿਉਂ-ਜਿਉਂ ਆਪਣੇ ਆਪ ਦੀ ਪਤਾ ਪਹਿਚਾਨ ਲੱਗਦੀ ਹੈ, ਅਸਾਂ ਦੇ ਹਿਰਦੇ 'ਚ ਜਗਜੀਵਨ ਵਸਣ ਲੱਗ ਪੈਂਦਾ ਹੈ। ਅਤੇ ਜਿਉਂ-ਜਿਉਂ ਜਗਜੀਵਨ ਵਸਦਾ ਹੈ, ਫਿਰ ਕੀ ਹੁੰਦਾ? ਤਜ ਕਾਮ ਕ੍ਰੋਧ ਅਹੰਕਾਰਾ, ਇਹ ਓਨਾ ਹੀ ਵਿਕਾਰ ਪਰਾਂ ਹਟਦੇ ਜਾਣਗੇ ਜਿਤਨਾ ਸ਼ਬਦ ਦਾ ਵਿਚਾਰ ਹਿਰਦੇ 'ਚ ਆਉਂਦਾ ਜਾਏਗਾ। ਜਿਤਨਾ ਪ੍ਰੇਮ ਦੇ ਨਾਲ ਅਸੀਂ ਗੁਰੂ ਕੇ ਵਿਚਾਰ ਨੂੰ ਗ੍ਰਹਿਣ ਕਰਨ ਲਈ ਪਗਲਾ ਪਕੜਦੇ ਜਾਵਾਂਗੇ, ਉਤਨਾ ਹੀ ਵਿਕਾਰ ਦਾ ਵਿਚਾਰ ਹਟਦਾ ਜਾਏਗਾ। ਕਿਉਂਕਿ ਸਾਡੇ ਅੰਦਰੂਨੀ ਪੱਖ ਵਿੱਚ ਵਿਚਾਰ ਇੱਕੋ ਹੀ ਰਹਿੰਦਾ ਹੈ, ਭਾਵੇਂ ਉਹ ਗੁਰੂ ਕਾ ਵਿਚਾਰ ਹੋਵੇ ਜਾਂ ਕਿਸੇ ਸੰਸਾਰ ਦਾ ਵਿਚਾਰ ਹੋਵੇਗਾ। ਕਿਉਂਕਿ ਕੋਈ ਨਾ ਕੋਈ ਵਿਚਾਰ ਤਾਂ ਸਾਡੇ ਅੰਦਰ ਹਰ ਵਕਤ ਚੱਲਦਾ ਰਹਿੰਦਾ। ਵਿਚਾਰ ਸ਼ੂਨ, ਇੱਕ ਸ਼ਬਦ ਹੈ ਫਿਲਾਸਫੀ ਦਾ, ਵਿਚਾਰ ਸ਼ੂਨ, ਜ਼ੀਰੋ, ਕੋਈ ਵਿਚਾਰ ਨਹੀਂ। ਐਸੀ ਅਵਸਥਾ ਸਾਡੀ ਬਹੁਤ ਘੱਟ ਹੁੰਦੀ, ਨਹੀਂ ਕਿ ਨਹੀਂ ਹੁੰਦੀ। ਸਿਆਣੇ ਮੰਨਦੇ ਨੇ ਅਗਰ ਐਸੀ ਅਵਸਥਾ ਸਾਨੂੰ ਕੀਰਤਨ ਸੁਣਦੇ ਆ, ਪਾਠ ਕਰ 3 ਮਿੰਟ ਮਿਲ ਜਾਏ ਤਾਂ ਬਹੁਤ ਹੁੰਦੀ ਆ। ਸਧਾਰਨ ਜੀਆਂ ਨੂੰ ਕਿਤੇ 3 ਮਿੰਟ ਲਗਾਤਾਰ ਵਿਚਾਰ ਸ਼ੂਨ ਅਵਸਥਾ ਪ੍ਰਾਪਤ ਹੋ ਜਾਏ ਅਤੇ ਇੰਨੀ ਐਨਰਜੀ ਸਾਡੇ 'ਚ ਭਰ ਜਾਂਦੀ ਕਿ ਸਾਰੇ ਦਿਨ ਲਈ ਅਸੀਂ ਚਾਰਜ ਹੋ ਜਾਂਦੇ ਹਾਂ। ਰਾਤਰੀ ਦੇ ਸਮਿਆਂ 'ਤੇ ਜੋ ਅਸੀਂ 8 ਘੰਟੇ ਬਿਸਤਰੇ 'ਤੇ ਰਹਿੰਦੇ ਹਾਂ, ਸਿਆਣੇ ਮੰਨਦੇ ਕਿ ਉਹਦੇ ਵਿੱਚ ਵੀ ਲਗਭਗ 45 ਕੁ ਮਿੰਟ ਜੇ ਸਾਨੂੰ ਸੁਖੋਪਤੀ ਨੀਂਦ, ਵਿਚਾਰ ਸ਼ੂਨ ਨੀਂਦ ਆ ਜਾਏ ਅਤੇ ਅਸੀਂ ਅਗਲੇ 24 ਘੰਟੇ ਵਾਸਤੇ ਚਾਰਜ ਹੋ ਜਾਂਦੇ ਹਾਂ। ਪਰ ਸਭ ਨੂੰ ਪਤਾ ਕਿ ਅਸੀਂ ਉਹਦੇ ਵਿੱਚ ਵੀ ਇਹ ਅਵਸਥਾ ਨੂੰ ਨਹੀਂ ਮਾਣ ਪਾਉਂਦੇ। ਸਾਡੇ ਕੁਝ ਸੁਪਨੇ ਚੇਤਨਤਾ ਚੱਲਦੇ ਨੇ, ਕੁਝ ਅਚਨਚੇਤ ਚੱਲਦਾ ਰਹਿੰਦਾ, ਸਰੀਰਕ ਹਰਕਤਾਂ ਆਉਂਦੀਆਂ ਰਹਿੰਦੀਆਂ ਨੇ, ਪਰ ਅਸਾਂ ਲੱਭਦੇ ਤੇ ਹਾਂ ਨਾ। ਪਰ ਇਹ ਤਦ ਹੀ ਹੁੰਦਾ ਜਦੋਂ ਗੁਰੂ ਕਾ ਸ਼ਬਦ ਅੰਦਰ ਵਸਦਾ ਅਤੇ ਅੰਦਰ ਉਹਦੇ ਨਾਲ ਸ਼ਾਲੀਨਤਾ ਆਉਂਦੀ ਹੈ, ਅੰਦਰ ਠੰਡਕ ਆਉਂਦੀ ਹੈ। ਫਿਰ ਹੌਲੀ ਹੌਲੀ ਪਤਾ ਲੱਗਦਾ ਹੈ ਸਦਾ ਹਜ਼ੂਰ ਰਵਿਆ ਸਭ ਠਾਈ, ਉਹ ਤਾਂ ਹਰ ਥਾਂ 'ਤੇ ਵਿਆਪਕ ਹੈ, ਸਦਾ ਹਜ਼ੂਰ ਹੈ, ਹਰ ਥਾਂ 'ਤੇ ਠਾਕੁਰ ਜਾਂ ਸਿਮਰਾਂ ਤੂੰ ਤਾਂ ਹੀ। ਜਿੱਥੇ ਵੀ ਜਾਵਾਂਗਾ, ਜਿੱਥੇ ਵੀ ਵਾਹਿਗੁਰੂ ਕਹਾਂਗੇ, ਉੱਥੇ ਵਾਹਿਗੁਰੂ ਮੌਜੂਦ ਹੈ। ਜਿਸ ਵੀ ਫੈਜ਼ਾਂ 'ਚ ਜਾ ਕੇ, ਜਿਸ ਵੀ ਪੱਥਰ 'ਤੇ, ਜਿਸ ਵੀ ਚਟਾਨ 'ਤੇ, ਜਿਸ ਵੀ ਜੰਗਲ 'ਚ, ਜਿਸ ਵੀ ਘਰ ਬੈਠੇ ਸੀ ਵਾਹਿਗੁਰੂ ਕਹਾਂਗੇ ਸੀ, ਫੈਜ਼ਾਂ ਵਿੱਚ ਤਾਂ ਹੈ ਉਹ। ਜਿਵੇਂ ਇੱਕ ਬੜਾ ਪਿਆਰਾ ਸੂਤਰ ਗੁਰਬਾਣੀ ਦਾ, ਦੁਨੀਆ ਦੇ ਕਿਸੇ ਵੀ ਕੋਨੇ 'ਤੇ ਚਲੇ ਜਾਓ, 2 ਚੀਜ਼ਾਂ ਤੁਹਾਨੂੰ ਉੱਥੇ ਮਿਲਣਗੀਆਂ। ਉੱਥੇ ਪੱਥਰ ਮਿਲਣਗੇ, ਉੱਥੇ ਪਾਣੀ ਮਿਲੇਗਾ। ਦੁਨੀਆ ਦੇ ਕਿਸੇ ਵੀ ਧਰਮ ਮੁਕਾਮ 'ਤੇ ਚਲੇ ਜਾਓ, ਭਾਵੇਂ ਉਹ ਜਿਹਨੇ ਵੱਡੇ 4-5 ਧਰਮ ਨੇ, ਇਹਨਾਂ ਦੇ ਧਰਮ ਟਿਕਾਣਿਆਂ 'ਤੇ ਜਾ ਕੇ ਦੇਖ ਲਓ। ਸੰਸਾਰ ਦੇ ਦਾਨੇ ਕਹਿੰਦੇ ਨੇ ਕਿ ਸਦੀਆਂ ਤੋਂ 250 ਤੋਂ ਵੱਧ ਧਰਮ ਆਏ ਅਤੇ ਜਾਂਦੇ ਚਲੇ ਗਏ। 4-5 ਦਾ ਨਾਮ ਹਮੇਸ਼ਾ ਪ੍ਰਭਾ ਉੱਚਾ ਰਹਿੰਦਾ। ਇਹਨਾਂ 250 ਦੀ ਗਿਣਤੀ ਮਿਣਤੀ 85 ਨੂੰ ਪੜ੍ਹ ਕੇ ਦੇਖ ਲਈਏ। ਜਿੱਥੇ ਜਾਵਾਂਗੇ ਉੱਥੇ ਪਾਣੀ ਮਿਲੇਗਾ, ਪੱਥਰ ਮਿਲੇਗਾ। ਜਹ ਜਾਈਏ ਤਹ ਜਲ ਪਾਖਾਣ, ਗੁਰਬਾਣੀ 'ਚ ਬੜਾ ਪਿਆਰਾ ਬਚਨ ਹੈ ਰਾਮਾਨੰਦ ਜੀ ਨੇ। ਜਿੱਥੇ ਜਾਵਾਂਗੇ ਉੱਥੇ ਪਾਣੀ ਮਿਲੇਗਾ, ਪੱਥਰ ਮਿਲੇਗਾ। ਉਹਦੇ ਰੂਪ ਅਲੱਗ-ਅਲੱਗ ਹੋਣਗੇ। ਕੋਈ ਪਾਣੀ 'ਚ ਡੁਬਕੀ ਲਗਾਉਂਦਾ ਹੋਏਗਾ ਅਤੇ ਕੋਈ ਪਾਣੀ 'ਚ ਉਂਝ ਇਸ਼ਨਾਨ ਕਰਾਉਂਦਾ ਹੋਏਗਾ। ਕੋਈ ਕਹੇਗਾ ਪਾਣੀ 'ਚ ਚਰਨ ਧੋ ਲੈ, ਅਤੇ ਕੋਈ ਉਹਨੂੰ ਜ਼ਮਜ਼ਮ ਕਹਿੰਦਾ ਹੋਏਗਾ, ਕੋਈ ਅੰਮ੍ਰਿਤ ਕਹਿੰਦਾ ਹੋਏਗਾ, ਕੁਛ ਹੋਰ ਕਹਿ ਦੇਗਾ, ਕੁਛ ਹੋਰ ਕਹਿ ਦੇਗਾ। ਕਿਸੇ ਵਿਗਿਆਨਕ ਤੋਂ ਪੁੱਛਾਂਗੇ, ਕਹੇਗਾ ਤੇ ਪਾਣੀ ਹੈ। ਸਤਿਗੁਰੂ ਕਹਿੰਦੇ ਨੇ ਜਹ ਜਾਈਏ, ਜਿੱਥੇ ਵੀ ਜਾਓਗੇ ਇਹ ਪੱਥਰ ਮਿਲੇਗਾ, ਪਾਣੀ ਮਿਲੇਗਾ। ਲੋਕਾਂ ਦਾ ਰੂਪ ਅਲੱਗ-ਅਲੱਗ, ਪੂਜਨ ਦਾ ਢੰਗ ਅਲੱਗ-ਅਲੱਗ ਹੋਏਗਾ। ਅਤੇ ਫਿਰ ਕਿਉਂ ਉਹਾਂ ਤਉ ਜਾਈਏ ਜੋ ਇਹਾਂ ਨਾ ਹੋਏ। ਫਿਰ ਆਪਾਂ ਉੱਥੇ ਤਾਂ ਜਾਈਏ ਨਾ ਜੇ ਇੱਥੇ ਉਹ ਨਾ ਹੋਵੇ। ਅਤੇ ਇਸ ਕਰਕੇ ਸਾਨੂੰ ਪ੍ਰਮਾਤਮਾ ਨੂੰ ਲੱਭਣ ਵਾਸਤੇ ਕਿਤੇ ਨਹੀਂ ਜਾਣਾ। ਉਹ ਹੈ, ਉਹ ਤਾਂ ਬਸ ਆਪਣੇ ਆਪ ਨੂੰ ਪਛਾਣਨਾ ਹੈ ਕਿ ਹੈ। ਔਰ ਉਹਨੂੰ ਪਛਾਣਨ ਦੀ ਇੱਕੋ ਇੱਕ ਸਦੀਆਂ ਤੋਂ ਜੁਗਤ ਰਹੀ ਹੈ। ਜੁਗ ਜੁਗ ਬਾਣੀ ਸ਼ਬਦ ਪਛਾਣੀ। ਸਦੀਆਂ ਤੋਂ ਚੇਤਨਤਾ ਨੂੰ ਪ੍ਰਗਟ ਕਰਨ ਵਾਸਤੇ ਇੱਕੋ ਚੀਜ਼ ਨੇ ਕੰਮ ਕੀਤਾ, ਉਹ ਹੈ ਗੁਰੂ ਕੇ ਸ਼ਬਦ ਨੇ। ਸ਼ਬਦ ਵਿੱਚ ਬੋਲ ਕਿਹੜੇ ਕਿਹੜੇ ਆਏ ਉਸ ਸਮੇਂ ਦੇ ਨਾਲ ਅਲੱਗ-ਅਲੱਗ ਹੋਣਗੇ। ਦਾਰਸ਼ਨਿਕ ਲੋਕ ਗਾਥਾ ਸੁਣਾਉਂਦੇ ਹੁੰਦੇ ਆ, ਸ਼ਾਇਦ ਆਪਣੇ ਕਈ ਵਾਰ ਸੁਣੀ ਹੋਵੇ, ਕਿਉਂਕਿ ਨਿਰੋਲ ਦਾਰਸ਼ਨਿਕ ਹੈ, ਇਸ ਕਰਕੇ ਥਾਵਾਂ 'ਤੇ ਨਾਵਾਂ ਦਾ ਚਰਚਾ ਨਹੀਂ, ਮਨੁੱਖਾਂ ਦਾ ਮੰਡਲ ਵੀ ਨਹੀਂ ਉਹਦੇ 'ਚ। ਸ਼ੇਰ ਦਾ ਬੱਚਾ ਭੇਡਾਂ ਦੇ ਇੱਜੜ 'ਚ ਪਲਿਆ, ਇੱਕ ਦਾਰਸ਼ਨਿਕ ਗਾਥਾ ਹੈ। ਇੱਕ ਸ਼ੇਰ ਦਾ ਬੱਚਾ ਹੈ, ਭੇਡਾਂ ਨੇ ਪਾਲ ਲਿਆ,
ਸਮਾਂ ਪਾ ਕੇ ਸੁਭਾਵਿਕ ਹੀ ਵੱਡੇ ਹੋਣਾ ਸੀ। ਹੁਣ ਭੇਡਾਂ 'ਚ ਪਲਿਆ ਅਤੇ ਘਾਹ ਹੀ ਖਾਏਗਾ ਨਾ, ਭੇਡਾਂ ਵਾਂਗ ਮਮਿਆਕੇਗਾ। ਭੇਡ ਕਿਉਂਕਿ ਭੇਡਾਂ ਦੇ ਸ਼ਬਦ ਸੁਣਦਾ ਰਿਹਾ। ਅਤੇ ਜੀਵਨ ਕਲਾ ਦੀ ਕੁਦਰਤੀ ਖੂਬੀ ਹੈ ਕਿ ਜਿਹੜੇ ਸ਼ਬਦ ਬਚਪਨ ਤੋਂ ਸੁਣਦਾ ਉਹੀ ਬੋਲਦਾ। ਹੁਣ ਹੈ ਤੇ ਸ਼ੇਰ ਦਾ ਬੱਚਾ, ਲੇਕਿਨ ਮਿਆਕ ਦਾ ਭੇਡਾਂ ਵਾਂਗ ਹੈ, ਖਾਂਦਾ ਘਾਹ ਹੈ, ਡਰਦਾ ਕਿਤੇ ਖੜਕਾ ਹੋਏ ਅਤੇ ਭੱਜਦਾ। ਇੱਕ ਦਿਨ ਦਰਿਆ ਦੇ ਦੂਜੇ ਪਾਸੇ ਭੇਡਾਂ ਪਾਣੀ ਪੀਣ ਗਈਆਂ, ਦੂਜੇ ਪਾਸੇ ਸ਼ੇਰ ਦੀ ਗੁਫਾ ਸੀ। ਸ਼ੇਰ ਨੇ ਵੇਖਿਆ ਦਰਿਆ ਦੇ ਦੂਜੇ ਪਾਸੇ ਮੇਰਾ ਸ਼ਿਕਾਰ ਹੈ, ਉਹ ਭਬਕਾ ਰਿਹਾ, ਪਾਣੀ ਦੇ ਸਨਮੁਖ ਤੱਕ ਆ ਗਿਆ। ਭੇਡਾਂ ਨੇ ਸ਼ੇਰ ਦੇਖਿਆ, ਸਰਪਟ ਦੌੜੀਆਂ, ਪਰ ਇਸ ਨੇ ਵੀ ਸ਼ੇਰ ਦੇਖ ਲਿਆ। ਇਸ ਨੂੰ ਜ਼ਿੰਦਗੀ 'ਚ ਪਹਿਲੀ ਵਾਰ ਸ਼ੇਰ ਦੇਖਿਆ ਵੀ ਜਿਹਦੇ ਨਾਮ ਤੋਂ ਲੋਕ ਥਰ ਥਰ ਕੰਬਦੇ ਨੇ, ਸ਼ੇਰ ਸਾਹਮਣੇ ਖੜ੍ਹਾ ਹੈ। ਹੁਣ ਅਗਲੇ ਦਿਨ ਫਿਰ ਪਾਣੀ ਪੀਣ ਗਿਆ, ਪਰ ਜਦ ਪਾਣੀ ਪੀਣ ਗਿਆ ਤਾਂ ਪਾਣੀ ਦੇ ਵਿੱਚ ਸ਼ੇਰ ਹੈ, ਕਿਉਂਕਿ ਹੁਣ ਤੱਕ ਤਾਂ ਆਪਣਾ ਸਰੂਪ ਪਤਾ ਹੀ ਨਹੀਂ ਸੀ ਨਾ, ਮੈਂ ਕੀ ਆ, ਕੌਣ ਆ, ਆਪਣੇ ਆਪ ਨੂੰ ਭੇਡ ਹੀ ਮੰਨੀ ਬੈਠਾ ਸੀ। ਪਰ ਪਹਿਲੀ ਵਾਰ ਸਾਹਮਣੇ ਥੋੜ੍ਹੀ ਦੂਰ ਤੋਂ ਸ਼ੇਰ ਵੇਖਿਆ ਸੀ। ਸ਼ੇਰ ਦਾ ਆਕਸ ਅੰਦਰ ਆ ਗਿਆ ਸੀ, ਕਿਉਂਕਿ ਅਸਲ ਤਾਤਿਕ ਸੀ, ਅਟਰੈਕਟ ਹੋਇਆ ਉਹਦੇ ਨਾਲ, ਆਕਰਸ਼ਿਤ ਹੋਇਆ। ਹੁਣ ਅਗਲੇ ਦਿਨ ਪਾਣੀ ਪੀਣ ਲੱਗਾ ਅਤੇ ਸ਼ੇਰ ਪਾਣੀ ਵਿੱਚ ਹੈ, ਪਿੱਛੇ ਹਟਦਾ, ਦੇਖਦਾ, ਅੱਗੇ ਵੱਧ ਕੇ ਦੇਖਦਾ, ਅਤੇ ਮੈਂ ਹੀ ਪਾਣੀ ਪੀਣਾ, ਮੇਰਾ ਚਿਹਰਾ ਇੱਦਾਂ ਦਾ ਹੈ, ਮੇਰਾ ਤਾਂ ਚਿਹਰਾ ਸ਼ੇਰ ਦਾ ਇੱਕੋ ਜਿਹਾ ਕਿ ਮੈਂ ਸ਼ੇਰ ਵਰਗਾ ਹਾਂ। ਇੱਕ ਖਿਆਲ ਦਿਲੋਂ ਦਿਮਾਗ 'ਚ ਘੁੰਮ ਗਿਆ। ਦੂਜੇ ਇੱਕ ਦਿਨ ਸ਼ੇਰ ਫਿਰ ਸਾਹਮਣੇ, ਸ਼ੇਰ ਭਬਕਾ ਰਿਹਾ। ਹੁਣ ਪਾਣੀ ਪੀਂਦਿਆਂ ਨੇ ਸ਼ੇਰ ਦਾ ਮੂੰਹ ਖੁੱਲ੍ਹਾ ਦੇਖਿਆ, ਪਾਣੀ ਪੀਂਦਿਆਂ ਆਪਣਾ ਮੂੰਹ ਦੇਖਿਆ, ਮੇਰਾ ਮੂੰਹ ਤਾਂ ਉੱਦਾਂ ਹੀ ਖੁੱਲ੍ਹ ਜਾਂਦਾ ਹੈ। ਕੋਸ਼ਿਸ਼ ਕੀਤੀ, ਫਿਰ ਸ਼ੇਰ ਦੀ ਗਰਜਨਾ ਸੁਣੀ, ਹੌਲੀ ਹੌਲੀ ਗਰਜਨਾ ਦਾ ਅਭਿਆਸ ਕਰਨ ਲੱਗ ਪਿਆ। ਸ਼ੇਰ ਨੇ ਅਚਾਨਕ ਭੇਡਾਂ ਦੇ ਇੱਜੜ 'ਤੇ ਹਮਲਾ ਕਰਤਾ। ਉਹਨੇ ਇਹਨੂੰ ਕੁਝ ਨਹੀਂ ਕਿਹਾ, ਨਾਲ ਦੀ ਭੇਡਾਂ ਮਾਰੀਆਂ। ਇਹ ਤਮਾਸ਼ਾ ਦੇਖਦਾ ਰਿਹਾ, ਕੀ ਹੋਇਆ? ਨੇੜਿਓਂ ਦੇਖਿਆ ਤੇ ਮੇਰੇ ਵਰਗਾ ਹੈ, ਜਾਂ ਮੈਂ ਇਹਦੇ ਵਰਗਾ ਹਾਂ, ਕੰਮ ਤਾਂ ਕੋਈ ਹੈ ਨਾ, ਇਹ ਮੇਰੇ ਵਰਗਾ ਹੈ ਜਾਂ ਮੈਂ ਇਹਦੇ ਵਰਗਾ। ਹੌਲੀ ਹੌਲੀ ਜਿਸ ਤਰ੍ਹਾਂ ਸ਼ੇਰ ਦਾ ਮੁੱਖ ਖੁੱਲ੍ਹਾ ਸੀ, ਜੋ ਕੰਨਾਂ 'ਚ ਸ਼ੇਰ ਦੀ ਗਰਜਨਾ ਪਈ ਸੀ, ਉਹ ਭੇਡਾਂ ਦੇ ਬਚਪਨ ਦੇ ਸਾਰੇ ਸ਼ਬਦਾਂ ਨੂੰ ਮਿਟਾ ਕੇ ਸ਼ਬਦ ਹਾਵੀ ਹੋ ਗਿਆ। ਹੌਲੀ ਹੌਲੀ ਅੰਦਰ ਆ ਗਿਆ, ਅਭਿਆਸ ਕੀਤਾ, ਇਹ ਵੀ ਗਰਜ ਉੱਠਿਆ। ਅਤੇ ਜਦੋਂ ਇਹ ਗਰਜਿਆ ਅਤੇ ਇਹਦੀਆਂ ਸਾਥੀ ਭੇਡਾਂ ਵੀ ਭੱਜ ਗਈਆਂ। ਹੁਣ ਇਹਨੂੰ ਹੋਸ਼ ਆ ਗਈ ਕਿ ਹੁਣ ਤੱਕ ਮੈਂ ਵੀ ਡਰਦਾ ਰਿਹਾ, ਐਵੇਂ ਹੀ ਮਾਰ ਖਾਂਦਾ ਰਿਹਾ, ਮੈਂ ਤਾਂ ਖੁਦ ਹੀ ਸ਼ੇਰ ਹਾਂ ਅਤੇ ਮੈਨੂੰ ਤਾਂ ਜੰਗਲ ਦਾ ਰਾਜਾ ਹੋਣਾ ਚਾਹੀਦਾ ਸੀ। ਮੈਂ ਤਾਂ ਇਹਨਾਂ ਦੇ ਨਾਲ ਡਰਦਾ ਫਿਰਦਾ ਰਿਹਾ। ਬਸ ਭੇਡਾਂ ਦੇ ਇੱਜੜ 'ਚੋਂ ਨਿਕਲ ਗਿਆ, ਸ਼ੇਰਾਂ ਦੇ ਝੁੰਡ 'ਚ ਸ਼ਾਮਲ ਹੋ ਗਿਆ। ਉਦੋਂ ਵੀ ਫਿਲਾਸਫਰ ਕਹਿੰਦੇ ਨੇ, ਜੇ ਉਹ ਸ਼ਬਦ ਨਾ ਸੁਣਦਾ ਸ਼ੇਰ ਦਾ, ਅਤੇ ਸ਼ਾਇਦ ਉਹਦੇ ਅੰਦਰੋਂ ਵੀ ਸ਼ੇਰ ਵਾਲੇ ਗਰਜਨਾ, ਸ਼ੇਰ ਵਾਲੇ ਸ਼ਬਦ ਨਾ ਪ੍ਰਗਟ ਹੁੰਦਾ। ਔਰ ਇਹ ਫਿਲਾਸਫੀ ਦਾ ਸਦੀਆਂ ਤੋਂ ਹੈ ਵੀ ਜੋ ਸੁਣਦੇ ਹਾਂ ਉਹੀ ਬੋਲਦੇ ਹਾਂ। ਇਸੇ ਕਰਕੇ ਸਿਆਣੇ ਕਹਿੰਦੇ ਨੇ, ਸੁਣੋ ਸਤ ਬਾਣੀ। ਗੁਰਦੇਵ ਕਹਿੰਦੇ ਨਾ, ਸੁਣੋ ਸਤ ਬਾਣੀ। ਸਤ ਬਾਣੀ ਸੁਣੋਗੇ ਅਤੇ ਤੁਹਾਡੇ ਅੰਦਰੋਂ ਵੀ ਸਤ ਬਾਣੀ ਪ੍ਰਗਟ ਹੋਏਗੀ। ਸਾਡੇ ਅੰਦਰ ਵੀ ਸਤ ਹੈ, ਸਾਡੇ ਸਭ ਦੇ ਅੰਦਰ ਖੂਟਾ ਅੰਮ੍ਰਿਤ ਭਰਿਆ, ਸਾਡੇ ਸਭ ਦੇ ਅੰਦਰ ਅੰਮ੍ਰਿਤ ਦਾ ਕੁੰਟ ਹੈ, ਪਰ ਸ਼ਬਦ ਦੇ ਕਾਢ ਪੀਐ। ਸ਼ਬਦ ਦੇ ਸਦਕੇ ਅਸਾਂ ਉਸ ਨੂੰ ਪ੍ਰਾਪਤ ਕਰਨਾ, ਅਤੇ ਸ਼ਬਦ ਤਾਂ ਹੀ ਹੈ ਜੇ ਸੁਣਾਂਗੇ ਤੇ, ਕਿਉਂਕਿ ਜੁਗਤ ਇੱਕੋ ਹੀ ਹੈ। ਸ਼ਬਦ ਸੁਣਨਾ ਪੈਣਾ, ਸੁਣਨ ਤੋਂ ਬਾਅਦ ਉਹਦਾ ਅਭਿਆਸ ਕਰਨਾ ਪੈਣਾ, ਕਿਉਂਕਿ ਅਭਿਆਸ ਦੇ ਨਾਲ ਹੀ ਇਹ ਬੋਲਿਆ ਜਾਂਦਾ। ਬਿਨਾਂ ਅਭਿਆਸ ਕੀਤਿਆਂ ਸਾਡਾ ਕੋਈ ਵੀ ਕੰਮ ਨਹੀਂ ਸੰਵਰਦਾ। ਘਰ ਪਰਿਵਾਰ ਤੋਂ ਲੈ ਕੇ ਨਿੱਕੇ ਨਿੱਕੇ ਬੱਚਿਆਂ ਨੂੰ ਦੇਖਿਆ ਅਸੀਂ, ਪੈਨਸਲ ਰਬੜ ਤੇ ਲੈ ਇੱਕ ਸਿੱਧਾ ਊੜਾ ਪਾਉਣ ਵਾਸਤੇ ਵੀ ਕਈ ਮਹੀਨੇ ਲੱਗ ਜਾਂਦੇ ਨੇ। ਇੱਕ ਬੱਚਾ ਤਦ ਕਿਤੇ ਜਾ ਕੇ ਸਹੀ ਢੰਗ ਨਾਲ ਊੜਾ ਪਾਉਣਾ ਸਕਦਾ, ਲਗਭਗ ਸਾਲ ਭਰ ਦੀ ਮਿਹਨਤ ਤੋਂ ਬਾਅਦ ਕਿਤੇ ਜਾ ਕੇ ਬੱਚਾ 2-4 ਅੱਖਰ ਸਿੱਧੇ ਲਿਖਣਾ ਸਿੱਖਦਾ ਹੈ। ਅਤੇ ਸਿੱਖਦਾ ਕਿਨੇ ਕਿ ਸਭ ਕੁਝ ਛੇਤੀ ਸਿੱਖਣਾ ਪਏਗਾ, ਅਭਿਆਸ ਕਰਨਾ ਪਏਗਾ। ਔਰ ਉਹੀ ਸਤਿਗੁਰ ਕਹਿ ਰਹੇ ਨੇ, ਅਭਿਆਸ ਕਿੱਥੇ ਹੋਏਗਾ? ਸਤਿਗੁਰ ਦੀ ਨਿਗਾਹ ਦੇ ਹੇਠ। ਜਿਵੇਂ ਅਧਿਆਪਕ ਦੀ ਨਜ਼ਰ ਵਿੱਚ 40-50 ਬੱਚੇ ਬੈਠੇ ਨੇ, ਮਿਟਾ ਰਹੇ ਨੇ, ਲਿਖ ਰਹੇ ਨੇ, ਗਲਤ ਹੋ ਰਿਹਾ, ਠੀਕ ਹੋ ਰਿਹਾ, ਉਹ ਅਧਿਆਪਕ ਦੇ ਕਾਹਲਾ ਨਹੀਂ ਪੈਂਦਾ, ਹੋ ਰਿਹਾ, ਉਹਨੂੰ ਪਤਾ ਹੈ ਇੰਨਾ ਲੱਗਣਾ ਹੀ ਲੱਗਣਾ ਹੈ। ਉਹਨੂੰ ਪਤਾ ਵੀ ਅੱਜ ਆਏ ਨੇ, ਇਹਨਾਂ ਸਾਲ 1.5 ਸਾਲ ਰਹਿਣਾ ਇੱਥੇ, ਤਦ ਕਿਤੇ ਜਾ ਕੇ ਪਹਿਲੇ 4 ਅੱਖਰ ਸਿੱਖਣੇ ਨੇ ਇਹਨਾਂ ਨੇ। ਅਤੇ ਇੱਕ ਵਾਰ ਪਹਿਲੇ ਮੁਹਾਰਨੀ ਸਿੱਖ ਗਏ, ਫਿਰ ਵੱਡੀਆਂ ਤੋਂ ਵੱਡੀਆਂ ਡਿਗਰੀਆਂ ਪ੍ਰਾਪਤ ਕਰਨਗੇ, ਪਰ ਉਹੀ ਅੱਗੇ ਜਾਣਗੇ ਜੋ ਮੁਹਾਰਨੀਆਂ ਸਿੱਖਣਗੇ। ਅਤੇ ਸਤਿਨਾਮ ਵਾਹਿਗੁਰੂ ਸਾਡੀ ਪਹਿਲੀ ਮੁਹਾਰਨੀ ਹੈ, ਇੱਥੋਂ ਆਰੰਭ ਕਰਨਾ। ਰਸਨਾ ਗੁਣ ਗੋਪਾਲ ਨਿਤ ਗਾਇਨ ਸਾਡੀ ਪਹਿਲੀ ਮੁਹਾਰਨੀ ਹੈ। ਇਹ ਪਕਾਉਣਾ ਪੈਣਾ ਸਾਨੂੰ, ਸਾਰਿਆਂ ਨੂੰ ਉੱਠ ਕੇ ਜਪਣਾ ਪੈਣਾ, ਵਾਹਿਗੁਰੂ ਵਾਹਿਗੁਰੂ ਜਪਣਾ ਪੈਣਾ।
ਭਾਵੇਂ ਥੋੜਾ ਕੁ ਜਪੇ ਭਾਵੇਂ ਬਹੁਤਾ ਜਪੇ। ਊਠਤ ਬੈਠਤ ਸੋਵਤ ਤਿਹਾਈਐ, ਮਾਰਗ ਚਲਤ ਹਰੇ ਹਰ ਗਾਈਏ। ਕਰਨਾ ਪੈਣਾ ਹੈ, ਤਦ ਅਭਿਆਸ ਪੱਕੇਗਾ। ਅਭਿਆਸ ਪੱਕੇਗਾ ਤਾਂ ਫਿਰ ਅਗਲੀਆਂ ਅਵਸਥਾਵਾਂ ਸਾਨੂੰ ਫਿਰ ਮਿਲਦੀਆਂ ਜਾਣਗੀਆਂ। ਕਹਿ ਲਗੇ ਜਿਨ੍ਹਾਂ ਨੇ ਕਰ ਲਿਆ ਸਤਿਗੁਰ ਸੇਵ ਜਿਨ ਨਾਮ ਪਛਾਤਾ। ਇੰਜ ਜਿਨ੍ਹਾਂ ਨੇ ਸਤਿਗੁਰ ਦੀ ਸੇਵਾ ਕਰਦਿਆਂ ਕਰਦਿਆਂ ਨਾਮ ਦੀ ਪਹਿਚਾਨ, ਯਾਦ ਰੱਖਣਾ ਪਹਿਲਾਂ ਆਪਣੀ ਪਹਿਚਾਨ, ਮੈਂ ਕੀ ਆ, ਮੈਨੂੰ ਕੀ ਚਾਹੀਦਾ ਹੈ। ਆਪਣੀ ਪਹਿਚਾਨ ਤੋਂ ਬਾਅਦ ਵਿੱਚ ਤਾਕਤ ਦੀ ਪਹਿਚਾਨ। ਹੁਣ ਜਿਵੇਂ ਅਸੀਂ ਕਹਿ ਸਕਦੇ ਹਾਂ, ਸ਼ੇਰ ਦੇ ਬੱਚੇ ਨੇ ਪਾਣੀ 'ਚ ਆਪਣੇ ਆਪ ਨੂੰ ਪਛਾਣਿਆ, ਦੇਖਿਆ ਮੇਰਾ ਸਰੂਪ ਕੀ ਹੈ। ਸਾਹਮਣੇ ਸ਼ੇਰ ਦੇਖ ਲਿਆ, ਮੇਰਾ ਤੇ ਸਰੂਪ ਇਹਦਾ ਇੱਕੋ ਬਰਾਬਰ ਹੈ। ਫਿਰ ਪਤਾ ਲੱਗਾ ਇੰਨੀ ਤਾਕਤ ਮੇਰੇ ਵਿੱਚ ਵੀ ਹੋ ਸਕਦੀ ਹੈ। ਅਹਿਸਾਸ ਅੰਦਰ ਜਾਗਿਆ, ਅਤੇ ਜਦੋਂ ਅਹਿਸਾਸ ਜਾਗਣ ਲੱਗ ਪੈਂਦੇ ਨੇ, ਅੰਦਰ ਦੀ ਤਾਕਤ ਵੀ ਕਰਵਟਾਂ ਬਦਲਣ ਲੱਗ ਪੈਂਦੀ ਹੈ। ਅਹਿਸਾਸ ਹੀ ਸਭ ਤੋਂ ਵੱਡੀ ਕੀਮਤ ਹੈ। ਜਿੰਨਾ ਚਿਰ ਸਾਨੂੰ ਕੋਈ ਅਹਿਸਾਸ ਨਹੀਂ ਹੁੰਦਾ, ਉਹਨਾਂ ਚਿਰ ਅਸੀਂ ਉੱਥੇ ਹੀ ਰਹਿੰਦੇ। ਇਸੇ ਕਰਕੇ ਸਿਆਣੇ ਕਹਿੰਦੇ ਨੇ ਗੁਲਾਮੀ ਦਾ ਅਹਿਸਾਸ ਹੈ, ਆਜ਼ਾਦੀ ਦਾ ਅਹਿਸਾਸ ਹੈ, ਨਿਮਰਤਾ ਦਾ ਅਹਿਸਾਸ ਹੈ। ਅਹਿਸਾਸ ਹੀ ਨੇ ਜੋ ਸਾਨੂੰ ਉੱਚਾ ਉਠਾ ਦਿੰਦੇ ਨੇ। ਫਿਰ ਸ਼ਕਤੀ ਦਾ ਅਹਿਸਾਸ ਹੈ, ਕੀ ਇੰਨੀ ਤਾਕਤ ਮੇਰੇ ਵਿੱਚ ਵੀ ਹੋ ਸਕਦੀ ਹੈ। ਬਸ ਇਹ ਸਵਾਲ ਉੱਠਿਆ ਅਤੇ ਸਵਾਲ ਨੇ ਤਾਕਤ ਪੈਦਾ ਕਰ ਦਿੱਤੀ। ਸਾਨੂੰ ਦੱਸਿਆ ਗਿਆ ਜੋ ਬ੍ਰਹਮੰਡੇ ਸੋਈ ਪਿੰਡੇ। ਅਹਿਸਾਸ ਸਾਡੇ 'ਚ ਆ ਜਾਏ ਕਿ ਵਾਕਿਆ ਹੋ ਸਕਦਾ। ਕਹਿਣ ਲੱਗੇ ਫਿਰ ਜਦੋਂ ਸਮਝ ਆ ਜਾਂਦੀ ਹੈ, ਫਿਰ ਨਾਮ ਪਛਾਤਾ, ਪਤਾ ਲੱਗਦਾ ਨਹੀਂ ਇਹ ਨਾਮ ਦੇ ਸਦਕੇ ਤਾਕਤ ਹੈ। ਜਿਨ੍ਹਾਂ ਨੇ ਸਤਿਗੁਰ ਸੇਵ ਜਿਨ ਨਾਮ ਪਛਾਤਾ, ਸਫਲ ਜਨਮ ਜਗ ਆਇਆ। ਹਰ ਰਸ ਚਾਖ ਸਦਾ ਮਨ ਤ੍ਰਿਪਤਿਆ। ਫਿਰ ਉਹਨਾਂ ਦਾ ਇਸ ਤਾਕਤ ਸ਼ਬਦ ਰਸ ਨੂੰ ਚੱਖਦਿਆਂ ਮਨ ਤ੍ਰਿਪਤ ਹੋ ਜਾਂਦਾ ਹੈ। ਗੁਣ ਗਾਵੈ ਗੁਣੀ ਅਗਾਇਆ। ਫਿਰ ਉਹ ਜਿਉਂ-ਜਿਉਂ ਗੁਣ ਗਾਉਂਦੇ ਨੇ ਅਤੇ ਗੁਣਾਂ ਦੇ ਸਦਕੇ ਕੀ ਅਗਾਇਆ ਕਹਿੰਦੇ ਤ੍ਰਿਪਤ ਹੋ ਗਿਆ। ਫਿਰ ਉਹ ਰੱਜ ਜਾਂਦੇ ਨੇ। ਫਿਰ ਜੀਵਨ 'ਚ ਰੱਜੇ ਪੁੱਜੇ ਲੋਕ ਹੁੰਦੇ ਨੇ। ਅਸੀਂ ਕਦੇ ਕਦੇ ਅਮੀਰਾਂ ਨੂੰ ਕਹਿੰਦੇ ਹਾਂ ਫਲਾਣਾ ਦਾ ਪਰਿਵਾਰ ਬੜਾ ਰੱਜਿਆ ਪੁੱਜਿਆ। ਯਾਦ ਰੱਖਣਾ ਉਹ ਅਮੀਰ ਹੈ, ਰੱਜਿਆ ਪੁੱਜਿਆ ਹੈ ਕਿ ਨਹੀਂ ਪਤਾ ਨਹੀਂ, ਪਰ ਰੱਜਿਆ ਪੁੱਜਿਆ ਉਹ ਜਿਹਦੇ ਅੰਦਰ ਗੁਰੂ ਕਾ ਸ਼ਬਦ ਹੈ, ਜਿਹਦੇ ਅੰਦਰ ਗੁਰੂ ਕਾ ਪ੍ਰੇਮ ਹੈ, ਜਿਹਦੇ ਅੰਦਰ ਮਾਇਆ ਦੀ ਭੁੱਖ ਨਹੀਂ, ਅਸਲੀਅਤ ਵਿੱਚ ਉਹ ਰੱਜਿਆ ਹੈ। ਨਹੀਂ ਤੇ ਰਜਵਾੜਿਆਂ ਨੂੰ ਅਸੀਂ ਆਲੇ ਦੁਆਲੇ ਦੇਖਦੇ ਹਾਂ, ਕਿਹੜਾ ਰੱਜੇ ਪਏ ਨੇ, ਦੁਨੀਆ ਭਰ ਦੀ ਦੌਲਤਾਂ ਇਕੱਠੀਆਂ ਕਰ ਲਈਆਂ, ਕਿਹੜਾ ਰੱਜ ਗਏ ਨੇ। ਪਰ ਰੱਜਿਆ ਉਹ ਹੈ ਜਿਹਦੇ ਅੰਦਰ ਗੁਰੂ ਸ਼ਬਦ ਆ ਗਿਆ, ਜਿਹਨੂੰ ਪਤਾ ਹੈ ਚੱਖ ਛੋਡੀ ਸਹਿਸਾ ਨਹੀਂ ਕੋਈ। ਪਤਾ ਇਸ ਮਾਇਆ ਨੇ ਬਸ ਗੁਜ਼ਰਾਨ ਤੋਂ ਅੱਗੇ ਕੰਮ ਨਹੀਂ ਆਉਣਾ। ਇਸੇ ਕਰਕੇ ਛੇਵੇਂ ਪਾਤਸ਼ਾਹ ਕਹਿੰਦੇ ਨੇ ਮਾਇਆ ਗੁਜ਼ਰਾਨ ਹੈ, ਗੁਜ਼ਰਾਨ ਤੋਂ ਅੱਗੇ ਕੰਮ ਨੇ ਨਹੀਂ ਆਉਣਾ। ਉਹ ਰੱਜ ਜਾਂਦਾ ਹੈ, ਅਤੇ ਜਿਹੜਾ ਰੱਜ ਜਾਏਗਾ ਨਾ ਉਹੀ ਇੱਥੇ ਟਿਕ ਕੇ ਬੈਠ ਪਾਏਗਾ। ਧੰਨ ਗੁਰੂ ਅਮਰਦਾਸ ਮਹਾਰਾਜ ਦਾ ਬਹੁਤ ਪਿਆਰਾ ਫਾਰਮੂਲਾ ਨਾ ਕਿ ਪਹਿਲਾਂ ਭੋਜਨ ਰੱਜ ਕੇ ਆਓ ਫਿਰ ਇੱਥੇ ਬੈਠੇ ਹੋ, ਕਿਉਂਕਿ ਰੱਜਿਆ ਹੋਇਆ ਵਿਅਕਤੀ ਹੀ ਰੱਬ ਦੀ ਗੱਲ ਸੁਣੇਗਾ, ਰੱਬ ਦੀ ਗੱਲ ਕਰੇਗਾ। ਭੁੱਖਾ ਵਿਅਕਤੀ ਕਦੇ ਨਾ ਰੱਬ ਦੀ ਗੱਲ ਕਰੇਗਾ ਅਤੇ ਨਾ ਰੱਬ ਗੱਲ ਦੀ ਗੱਲ ਸੁਣੇਗਾ। ਭਾਵੇਂ ਉਹ ਤਨ ਕਰਕੇ ਭੁੱਖਾ ਹੋਵੇ ਅਤੇ ਭਾਵੇਂ ਮਨ ਕਰਕੇ ਭੁੱਖਾ ਹੋਵੇ। ਤਨ ਕਰਕੇ ਭੁੱਖਾ ਰੋਟੀਆਂ ਕਰਦਾ ਰਹੇਗਾ ਅਤੇ ਮਨ ਕਰਕੇ ਭੁੱਖਾ ਆਪਣੀ ਲੋੜਾਂ ਕਰਦਾ ਰਹੇਗਾ। ਆਹ ਵੀ ਚੀਜ਼, ਆਹ ਵੀ ਚੀਜ਼, ਆਹ ਵੀ ਚੀਜ਼। ਉਹ ਇੱਥੇ ਬੈਠੇ ਹਾਂ, ਜੇ ਸਾਡੇ ਮਨਾਂ 'ਚ ਲੋੜਾਂ ਨੇ, ਪਰਿਵਾਰਾਂ 'ਚ ਲੋੜਾਂ ਨੇ, ਅਤੇ ਅਸੀਂ ਕੀ ਸਾਰੇ ਜਾਣਦੇ ਹਾਂ। ਜਦੋਂ ਸਿਮਰਨ 'ਚ ਬੈਠੋਗੇ ਸਭ ਤੋਂ ਪਹਿਲਾਂ ਚਿੰਤਾ ਆ ਜਾਏਗੀ, ਕੰਮ ਕਿਵੇਂ ਕਰਨਾ ਹੈ, ਆਹ ਫੀਸ ਕਿਵੇਂ ਭਰਨੀ ਹੈ, ਆਹ ਕਿਵੇਂ ਕਰਨਾ ਹੈ, ਆਹ ਕਿਵੇਂ ਕਰਨਾ ਹੈ। ਉਹ ਕੰਮ ਹੋ ਜਾਏ ਅਤੇ ਕੁਝ ਸਮੇਂ ਲਈ ਮਨ ਟਿਕ ਜਾਂਦਾ ਹੈ, ਗੁਣ ਗਾਉਂਦਾ। ਅਤੇ ਜਦੋਂ ਰੱਜ ਜਾਂਦਾ ਨਾ ਫਿਰ ਅਗਲੀ ਅਵਸਥਾ ਪ੍ਰਾਪਤ ਹੁੰਦੀ ਜਿਹਦਾ ਜ਼ਿਕਰ ਗੁਰਬਾਣੀ 'ਚ ਅੱਗੇ ਜਾ ਕੇ ਰਾਮਕਲੀ 'ਚ ਬਹੁਤ ਹੈ। ਕਮਲ ਪ੍ਰਗਾਸ ਸਦਾ ਰੰਗ ਰਾਤਾ। ਫਿਰ ਦਾ ਕਮਲ ਪ੍ਰਕਾਸ਼ਿਤ ਹੋ ਜਾਂਦਾ, ਪ੍ਰਗਾਸ, ਫਿਰ ਹਿਰਦਾ ਕਮਲ ਖਿੜਦਾ ਹੈ। ਅਸੀਂ ਬਹੁਤ ਗੁਰਬਾਣੀ 'ਚ ਹੌਲੀ ਪੜ੍ਹਾਂਗੇ ਤਾਂ ਪਤਾ ਲੱਗੇਗਾ ਸਾਡਾ ਹਿਰਦਾ ਕਮਲ ਦੀ ਨੇ। ਠੀਕ ਹੈ, ਸਰੀਰਕ ਅਵਸਥਾ ਦੀ ਬਣਤਰ ਨਹੀਂ ਕਿ ਅਸੀਂ ਕਿਸੇ ਸਰਜਨ ਤੋਂ ਪੁੱਛੀ ਵੀ ਸਾਡਾ ਦਿਲ ਕਿਹੋ ਜਿਹਾ। ਨਹੀਂ ਭਾਈ, ਇੱਥੇ ਕਿਸੇ ਸਰਜਨ ਸਰੀਰਕ ਦੀਆਂ ਗੱਲਾਂ ਨਹੀਂ। ਸਿਆਣਿਆਂ ਨੇ ਮੰਨਿਆ ਹੈ ਕਿ ਸਾਡੇ ਅੰਦਰ ਕਮਲ ਦੇ ਕਈ ਸਰੂਪ ਨੇ, ਉਹਦੀਆਂ ਅਲੱਗ-ਅਲੱਗ ਅਵਸਥਾਵਾਂ ਨੇ, ਅਲੱਗ-ਅਲੱਗ ਰੰਗ ਨੇ, ਅਲੱਗ-ਅਲੱਗ ਪੰਖੁੜੀਆਂ ਨੇ। ਇਹ ਅਲੱਗ-ਅਲੱਗ ਸਰੀਰ ਦੀਆਂ ਅਵਸਥਾਵਾਂ 'ਚ ਹੈ। ਸਾਡੇ ਹਿਰਦੇ ਨੂੰ ਮਹਾਰਾਜ ਨੇ ਦੱਸਿਆ ਕਮਲ ਦੀ ਨੇ ਆਈ ਹੈ। ਅਸੀਂ ਰੰਗ ਮਤਲਬ ਇਹ ਕਿ ਇਹਦਾ ਕਮਲ ਦਾ ਕਮਲ ਦੀ ਨੇ ਦਾ ਭਾਵ ਜਿਵੇਂ ਕਮਲ ਸੂਰਜ ਚੜ੍ਹੇ 'ਤੇ ਖਿੜਦਾ ਹੈ ਅਤੇ ਕਦੇ ਡੁੱਬਦਾ ਨਹੀਂ ਹੈ। ਫਿਰ ਕਦੇ ਕਮਲ ਨੂੰ ਅੱਜ ਤੱਕ ਨਹੀਂ ਸੁਣਿਆ ਵੀ ਕਮਲ ਕਦੇ ਡੁੱਬ ਗਿਆ। ਅੱਜ ਤੱਕ ਨਹੀਂ ਕਦੇ ਸੁਣਿਆ ਵੀ ਕਮਲ ਕਦੇ ਭਿੱਜ ਗਿਆ। ਪਾਣੀ 'ਚ ਰਹਿਣਾ ਹੈ ਪਰ ਡੁੱਬਣਾ ਕਦੇ ਵੀ ਨਹੀਂ। ਪਾਣੀ 'ਚ ਰਹਿਣਾ, ਟੁੱਟ ਵੀ ਜਾਏ ਤਦ ਵੀ ਤਰਦੇ ਰਹਿਣਾ, ਡਿੱਗ ਵੀ ਪਵੇ ਅਤੇ ਚਿਕਣਾ ਆਲੂਦ ਨਹੀਂ ਹੁੰਦਾ, ਕਦੇ ਲਿਬੜਦਾ ਨਹੀਂ ਗਾ।
ਕਮਲ 'ਚ ਖਾਸੀਅਤ ਹੈ ਕੁਦਰਤੀ, ਇੱਕ ਦੇ ਆਲੂਦ ਨਹੀਂ ਹੁੰਦਾ। ਫਿਰ ਪੱਤੀ ਚੁੱਕ ਕੇ ਦੇਖੋ ਨਿਰਮਲ ਸਾਫ, ਪਾਣੀ ਦੇ ਨਾਮੋ ਨਿਸ਼ਾਨ ਤੱਕ ਨਹੀਂ, ਕਿਉਂਕਿ ਨਿਰਲੇਪ ਕਹਿੰਦੇ, ਨਿਰਲਿਪਤ ਕਹਿੰਦੇ ਨੇ। ਇਸੇ ਤਰ੍ਹਾਂ ਕਿ ਜਿਉਂ ਕਮਲ ਰਹਿ ਵਿੱਚ ਪਾਣੀ ਹੈ, ਇਸ ਤਰ੍ਹਾਂ ਜੇ ਘਰ ਵਿੱਚ ਰਹੀਏ, ਸੰਸਾਰ 'ਚ ਰਹੀਏ, ਜਿਉਂ ਕਮਲ ਰਹਿ ਵਿੱਚ ਪਾਣੀ ਹੈ, ਜਿਉਂ ਕਮਲ ਪਾਣੀ 'ਚ ਰਹਿੰਦਾ ਹੈ, ਇਸ ਤਰ੍ਹਾਂ ਸੰਸਾਰ 'ਚ ਰਹੀਏ, ਮਾਇਆ 'ਚ ਰਹੀਏ, ਪਦਾਰਥ 'ਚ ਰਹੀਏ। ਹਿਰਦਾ ਕਮਲ ਖਿੜਦਾ ਹੈ। ਅਭਿਆਸੀ ਨੂੰ ਦਾ ਅਹਿਸਾਸ ਹੈ, ਜਿਉਂ-ਜਿਉਂ ਜਪ ਵੱਧਦਾ ਹੈ ਤਿਉਂ-ਤਿਉਂ ਅੰਦਰ ਖੇੜਾ ਵੱਧਦਾ ਹੈ, ਔਰ ਉਹ ਖੇੜਾ ਹੀ ਤੁਸੀਂ ਪ੍ਰਾਪਤ ਕਰਨਾ ਹੈ। ਉਹ ਖੇੜੇ ਦਾ ਦੂਜਾ ਨਾਮ ਆਨੰਦ ਹੈ। ਅਸੀਂ ਕਹਿੰਦੇ ਆਨੰਦ ਭਿਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ। ਆਨੰਦ ਕਦੋਂ ਮਿਲਦਾ? ਸਤਿਗੁਰ ਮਿਲਦੇ ਤੇ ਆਨੰਦ ਮਿਲਦਾ। ਜਿਵੇਂ ਕਮਲ ਨੂੰ ਸੂਰਜ ਦੀਆਂ ਕਿਰਨਾਂ ਮਿਲਦੀਆਂ ਨੇ ਤੇ ਉਹਨੂੰ ਖੇੜਾ ਮਿਲਦਾ ਹੈ। ਬਸ ਸੂਰਜ ਚੜ੍ਹਦਾ ਹੈ ਤੇ ਕਮਲ 1.5-2 ਘੜੀਆਂ ਦੇ ਵਿੱਚ ਕਮਲ ਪੂਰੀ ਤਰ੍ਹਾਂ ਖਿੜ ਜਾਂਦਾ ਹੈ। ਜਿਨ੍ਹਾਂ ਨੇ ਤਲਾਬਾਂ ਦੇ ਵਿੱਚ ਕੁਦਰਤੀ ਕਮਲ ਖਿੜਦਾ ਦੇਖਿਆ, ਉਹਨੂੰ ਪਤਾ ਹੈ ਕਿ ਸੂਰਜ ਚੜ੍ਹਨ ਤੋਂ 1 ਘੜੀ ਦੇ ਵਿੱਚ ਕਮਲ ਖਿੜ ਜਾਂਦਾ ਹੈ। ਅਤੇ ਸੂਰਜ ਚੜ੍ਹਨ ਤੋਂ ਪਹਿਲਾਂ ਜਿਹੜੀਆਂ 2.5 ਘੜੀਆਂ ਹੁੰਦੀਆਂ ਨੇ, ਸੂਰਜ ਚੜ੍ਹਨ ਤੋਂ ਪਹਿਲੀਆਂ 2.5 ਘੜੀਆਂ ਨੇ, 1 ਘੰਟਾ ਪਹਿਲਾਂ ਉਹਦਾ ਕਮਲ ਦਾ ਸੰਪੁਟ ਖਿਲਣਾ ਸ਼ੁਰੂ ਹੋ ਜਾਂਦਾ ਹੈ। ਅਤੇ ਸੂਰਜ ਚੜ੍ਹੀ ਤੋਂ ਬਾਅਦ 2.5 ਘੜੀਆਂ ਦੇ ਵਿੱਚ ਤੱਕ ਪੂਰਾ ਕਮਲ ਖਿੜਿਆ ਹੁੰਦਾ। ਇਹੀ ਤੇ ਸਾਨੂੰ ਕਿ ਅੰਮ੍ਰਿਤ ਭਿੰਨੇ ਲੋਇਣਾ ਮਨ ਪ੍ਰੇਮ ਰਤਨਾ ਰਾਮ ਰਾਜੇ। ਸੂਰਜ ਚੜ੍ਹਨ ਤੋਂ ਪਹਿਲਾਂ ਕੋਈ ਸਮਾਂ ਉੱਠੀਏ, ਜਿਨ੍ਹਾਂ ਕੋਲ ਸਮਾਂ ਹੈ ਭਾਈ ਆਪਣੇ ਸਮੇਂ ਸੰਭਾਲੀ। ਕਿਤਨਾ ਸਮਾਂ ਸੰਭਾਲ ਸਕਦੇ ਹਾਂ ਇਹ ਬਾਤ ਅਲੱਗ ਹੈ। ਦਾਵਾ ਨਹੀਂ ਕਿੰਨੇ ਮਿੰਟ ਬੈਠੀ, ਕਿੰਨੇ ਘੰਟੇ ਬੈਠੀ, ਦਾਵਾ ਤਾਂ ਕਿਤਨੇ ਗਹਿਰੇ ਬੈਠੇ ਆ। ਅਸੀਂ ਕਦੇ ਕਦੇ ਲੈਂਥ ਦੇਖਦੇ ਹਾਂ, ਦੇਖੋ ਜੀ ਫਲਾਣਾ ਬੜੇ ਇੰਨਾ ਸਮਾਂ ਜਾਪ ਕਰਦਾ, ਨਹੀਂ, ਕਿਤਨੇ ਸਮਾਂ ਜਾਪ ਕਰਦੇ ਹੋ ਕੀਮਤ ਉਹ ਨਹੀਂ ਹੈ, ਕਿਤਨਾ ਗਹਿਰੇ ਜਾਪ ਕਰਦੇ ਆ। ਸਾਡੀ ਡੈਪਥ ਕਿਤਨੀ ਹੈ, ਸਾਡੇ ਹਿਰਦੇ ਦੀ ਗਹਿਰਾਈ ਕਿਤਨੀ ਹੈ, ਕੀਮਤ ਉਹਦੀ ਜ਼ਿਆਦਾ ਹੈ। ਕੋਈ ਬੈਠਾ ਸਾਰਾ ਦਿਨ ਵਾਲਾ ਫੇਰਦਾ ਹੋਏਗਾ, ਮੁਬਾਰਕ ਆ ਉਸ ਨੂੰ, ਪਰ ਕੋਈ ਇੱਕ ਵਾਰ ਪ੍ਰੇਮ ਨਾਲ ਸ਼੍ਰੀ ਵਾਹਿਗੁਰੂ ਕਹਿ ਲੈ, ਉਹ ਵੀ ਮੁਬਾਰਕ ਹੈ। ਗੱਲ ਤੇ ਰਸ ਪ੍ਰਾਪਤ ਕਰਨ ਦੀ ਹੈ ਨਾ। ਹਾਂ, ਹੁਕਮ ਹੈ ਅਭਿਆਸੀ ਦੌਰ 'ਤੇ, ਪਹਿਲੇ ਦੌਰ 'ਤੇ ਬਾਰ ਪ੍ਰਭ ਜਪੀਏ। ਉਹ ਇੱਕ ਵਾਰ ਵਾਹਿਗੁਰੂ ਕਹਿਣ ਵਾਸਤੇ ਵੀ ਤੇ ਬਾਰ ਵਾਹਿਗੁਰੂ ਕਹਿਣਾ ਪੈਣਾ ਨਾ। ਪ੍ਰਾਪਤੀ ਤਾਂ ਇੱਕ ਵਾਰ ਵਾਹਿਗੁਰੂ ਕਹਿ ਕੇ ਹੋਣੀ ਆ, ਪ੍ਰਾਪਤੀ ਤਾਂ ਇੱਕ ਕਦਮ 'ਤੇ ਹੋਣੀ ਆ, ਪਰ ਉਹ ਇੱਕ ਕਦਮ ਪ੍ਰਾਪਤ ਕਰਨ ਵਾਸਤੇ ਉਸ ਨੂੰ ਹਜ਼ਾਰਾਂ ਕਦਮ ਚਲਾਉਣਾ ਪੈਣਾ। ਕਹਿਣ ਲੱਗੇ ਕਮਲ ਪ੍ਰਗਾਸ, ਕਮਲ ਖਿੜਦਾ, ਹਿਰਦਾ ਖਿੜਦਾ। ਫਿਰ ਕੀ ਹੁੰਦਾ? ਸਦਾ ਰੰਗ ਰਾਤਾ। ਪਹਿਚਾਨ ਕੀ ਹੈ? ਉਹ ਹਿਰੰਗੇ ਹੋਏ ਨੇ, ਜਿਨ੍ਹਾਂ ਦੇ ਸਾਡੇ ਹਿਰਦੇ ਕਮਲ ਖਿੜੇ ਨੇ। ਕਿਉਂਕਿ ਸਾਡੇ ਕੋਲ ਬਾਹਰ ਪਹਿਚਾਨ ਨਹੀਂ ਨਾ, ਪਹਿਚਾਨ ਹੈ ਦੇਖਣਾ ਪ੍ਰਭੂ ਦੇ ਪਿਆਰ ਰੰਗ ਵਿੱਚ ਰੰਗੇ ਨੇ। ਅਤੇ ਪ੍ਰਭੂ ਦੇ ਪਿਆਰ ਰੰਗ ਵਿੱਚ ਰੰਗਿਆ ਹੋਏ ਦੀ ਨਿਸ਼ਾਨੀ ਇਹ ਹੈ ਕਿ ਉਹ ਈਰਖਾ, ਨਿੰਦਾ ਅਤੇ ਚੁਗਲੀਆਂ ਤੋਂ ਬਚੇ ਹੁੰਦੇ ਨੇ। ਆਪਣੇ ਆਪ ਨੂੰ ਦੇਖਣਾ ਕਿ ਤੁਸੀਂ ਚੁਗਲੀਆਂ ਤੋਂ ਬਚ ਗਏ ਹੋ, ਕਿ ਅਸੀਂ ਆਪਣੇ ਆਪ ਨਿੰਦਾ ਕਰਨ ਦੀ ਵਾਦੀ ਤੋਂ ਬਚ ਗਏ ਹਾਂ, ਕਿ ਅਸੀਂ ਇੱਕ ਸ਼ਬਦ ਗੁਰਬਾਣੀ 'ਚ ਪਰਾਈ ਤਾਤ ਕਿ ਉਹ ਤੋਂ ਬਚ ਰਹੇ ਹਾਂ। ਪਰਾਈ ਤਾਤ ਦਾ ਮਤਲਬ ਹੁੰਦਾ ਹੈ ਕਿਸੇ ਦੂਜੇ ਦੇ ਘਰ ਖੁਸ਼ੀਆਂ ਆਈਆਂ, ਰੌਣਕਾਂ ਆਈਆਂ, ਸਾਨੂੰ ਪਰੇਸ਼ਾਨੀ ਤਾਂ ਨਹੀਂ ਹੋਈ। ਕਦੇ ਠਹਿਰ ਕੇ ਵੇਖਣਾ, ਜਿਹਨੂੰ ਸੰਸਾਰ ਦੇ ਲੋਕਾਂ ਨੂੰ ਸ਼ਰੀਕ ਸ਼ਬਦ ਦਿੱਤਾ ਕਿ ਆਪਣੇ ਇਸ਼ਤਾਰਾਂ 'ਚ ਭੈਣ ਭਰਾ ਜੋ ਕੰਪੀਟੀਟਰ ਹੁੰਦੇ ਸਾਡੇ ਹਰ ਪੱਖ 'ਤੇ, ਉਹਦੇ ਘਰ ਕੋਈ ਖੁਸ਼ੀ ਆਈ, ਉਹਦੇ ਬੱਚੇ ਨੂੰ ਕੋਈ ਚੰਗਾ ਸਫਲਤਾ ਮਿਲ ਗਈ, ਚੰਗੀ ਜੋਬ ਮਿਲ ਗਈ, ਉਹਨੂੰ ਵਪਾਰ ਤਰੱਕੀ ਕਰ ਲਈ। ਸਾਡਾ ਬੱਚਾ ਦੇ ਮੁਕਾਬਲੇ 'ਤੇ ਉਮਰ ਕਰਕੇ ਬਰਾਬਰ ਹੈ, ਪਰ ਸਾਡੇ ਬੱਚੇ ਦੀ ਉਨੇ ਪੈਸੇ ਨਹੀਂ ਕਮਾ ਰਿਹਾ, ਉਨੀ ਤਰੱਕੀ ਨਹੀਂ। ਸਾਡੇ ਅੰਦਰ ਈਰਖਾ ਤਾਂ ਨਹੀਂ ਪੈਦਾ ਹੁੰਦੀ, ਸਾਡੇ ਅੰਦਰ ਸਾੜਾ ਤਾਂ ਨਹੀਂ ਪੈਦਾ ਹੁੰਦਾ। ਉਹਦੀ ਤਰੱਕੀ ਸਾਨੂੰ ਸਾੜਾ ਤਾਂ ਨਹੀਂ ਦਿੰਦੀ, ਅਤੇ ਕਿਤੇ ਉਹਦਾ ਨੁਕਸਾਨ ਹੁੰਦਾ ਹੈ ਅਤੇ ਸਾਨੂੰ ਖੁਸ਼ੀ ਜਿਹੀ ਤਾਂ ਨਹੀਂ ਹੁੰਦੀ। ਕਈ ਵਾਰ ਐਸਾ ਹੁੰਦਾ ਨਾ, ਅਗਲੇ ਦਾ ਨੁਕਸਾਨ ਹੀ ਸਾਡੀ ਖੁਸ਼ੀ ਦਾ ਕਾਰਨ ਹੁੰਦਾ ਹੈ। ਦੋਨੋਂ ਚੀਜ਼ਾਂ ਗਲਤ ਨੇ। ਚਾਹੀਦਾ ਇਹ ਹੈ ਅਗਲੇ ਦੇ ਘਰ ਗਮੀ ਹੈ, ਕੋਈ ਗੱਲ ਨਹੀਂ, ਅਸੀਂ ਮਹਿਸੂਸ ਕਰਦੇ, ਸਾਡਾ ਸਮਾਜਿਕ ਢਾਂਚਾ ਇੱਥੇ ਲੈ ਕੇ ਖੜ੍ਹਾ ਸਾਨੂੰ। ਹੁਣ ਤਾਂ ਸ਼ਹਿਰਾਂ ਦਾ ਸਰਕਲ ਥੋੜ੍ਹਾ ਚੇਂਜ ਹੋ ਗਿਆ, ਨਹੀਂ ਤਾਂ ਪਿੰਡ ਵਿੱਚ ਗਮੀ ਹੋ ਜਾਏ ਤਾਂ ਲੋਕ ਸਾਲ ਭਰ ਤਿਉਹਾਰ ਨਹੀਂ ਸੀ ਮਨਾਉਂਦੇ। ਨਾ ਜੀ, ਸਾਡੇ ਪਿੰਡ 'ਚ ਮੁਹੱਲੇ 'ਚ ਗਮੀ ਹੋ ਗਈ ਹੈ, ਅਤੇ ਜੇ ਕਿਤੇ ਖੁਸ਼ੀ ਹੋਣੀ ਤਾਂ ਸਾਰੇ ਪਿੰਡ ਦੀ ਖੁਸ਼ੀ ਮਨਾਉਣੀ। ਸਾਡੇ ਪਿੰਡ ਦੀ ਖੁਸ਼ੀ ਹੈ, ਸਾਡੇ ਨਗਰ ਦੀ ਖੁਸ਼ੀ ਹੈ। ਦੂਜੇ ਦੀ ਖੁਸ਼ੀ ਵਿੱਚ ਖੁਸ਼ੀ ਅਤੇ ਦੂਜੇ ਦੀ ਗਮੀ 'ਚ ਗਮੀ ਅਗਰ ਸਾਨੂੰ ਮਹਿਸੂਸ ਹੋਣ ਲੱਗ ਪਈ ਹੈ ਅਤੇ ਪਰਾਈ ਤਾਤ ਨਾਮਕ ਬਿਮਾਰੀ ਤੋਂ ਬਚ ਸਕਦੇ ਹਾਂ। ਇਸੇ ਕਰਕੇ ਛੋਡੋ ਨਿੰਦਾ ਤਾਤ ਪਰਾਈ, ਛੋਡੋ ਨਿੰਦਾ ਤਾਤ ਪਰਾਈ, ਹਉਮੈ ਧੰਦ ਛੋਡੋ ਲੰਪਟਾਈ। ਇਹ ਤਿਆਗਣਾ ਪੈਣਾ ਹੈ। ਕਿ ਲੱਗੇ ਕਮਲ ਪ੍ਰਕਾਸ਼ ਸੁਧਾ ਰੰਗ ਰਾਤਾ। ਅਤੇ ਜਦੋਂ ਫਿਰ ਰੰਗ ਚੜ੍ਹ ਜਾਂਦਾ ਹੈ ਨਾ, ਫਿਰ ਇੱਕ ਅਵਸਥਾ ਚੀਜ਼ ਮਿਲਦੀ ਜੋ ਸਾਨੂੰ ਚਾਹੀਦੀ ਹੈ। ਅਨਹਦ ਸ਼ਬਦ ਵਜਾਇਆ,
ਅਨਹਦ ਸੁਣਿਆ ਹੈ ਕਿ ਹਾਂ ਭਈ ਅਨਹਦ ਵੱਜਦਾ ਹੈ। ਅਸੀਂ ਜਾਣ ਲੈ ਕਿੱਦਾਂ ਵੱਜਦਾ, ਕਿਉਂ ਸਾਨੂੰ ਨਹੀਂ ਪਤਾ ਨਾ, ਪਰ ਵੱਜਦਾ ਹੈ। ਕਿਉਂਕਿ ਅਸੀਂ ਜਿਵੇਂ ਕਿਸੇ ਇਮਾਰਤਾਂ ਬੜੀਆਂ ਉੱਚੀਆਂ ਉੱਚੀਆਂ ਦੇਖਦੇ ਨਾ ਅੱਜ ਕੱਲ੍ਹ, ਅਸੀਂ ਬੜੀਆਂ ਉੱਚੀਆਂ ਉੱਚੀਆਂ ਇਮਾਰਤਾਂ ਤਾਂ ਨੂੰ ਦੇਖੀ ਤੇ ਪੱਗ ਲੈਂਦੀ ਹੈ, ਇੰਨੀਆਂ ਉੱਚੀਆਂ ਇਮਾਰਤਾਂ। ਕਦੇ ਦੀ ਸਭ ਤੋਂ ਟਾਪ ਮੰਜ਼ਿਲ 'ਤੇ ਛੱਤ 'ਤੇ ਖੜ੍ਹ ਕੇ ਦੇਖੀਏ ਕਿੰਨਾ ਕੁ ਨੀਵਾਂ ਲੱਗਦਾ, ਪਰ ਅਸੀਂ ਭਾਈ ਕਦੇ ਉੱਚੇ ਗਏ ਹੀ ਨਹੀਂ। ਅਸੀਂ ਤਾਂ ਹਫ਼ਤਾ ਹਫ਼ਤਾ ਲੰਘ ਆਪਣੇ ਘਰ ਦੀ ਛੱਤ 'ਤੇ ਨਹੀਂ ਜਾਂਦੇ, 40 ਮੰਜ਼ਿਲਾਂ ਉੱਚੀ ਇਮਾਰਤਾਂ 'ਤੇ ਕਿੱਥੇ ਜਾਵਾਂਗੇ। ਅਤੇ ਜੇ ਉਸ ਰਸ ਨੂੰ ਦੇਖਣਾ ਹੈ, ਉੱਥੇ ਖੜ੍ਹੇ ਕਿਸੇ ਵਿਅਕਤੀ ਨੂੰ ਸੁਣਨਾ ਹੈ, ਅਤੇ ਫਿਰ ਓਨਾ ਉੱਚਾ ਜਾਣਾ ਪਏਗਾ ਨਾ। ਏ ਵੱਡ ਉੱਚਾ ਹੋਵੇ ਕੋਏ ਤੇ ਸੂਚੇ ਕੋ ਜਾਣੇ ਸੋਏ। ਜੇ ਸੁਣਨਾ ਹੈ ਉਸੇ ਆਨੰਦ ਨੂੰ, ਤੇ ਓਨਾ ਉੱਚਾ ਤੇ ਜਾਣਾ ਪਏਗਾ ਨਾ। ਉੱਥੇ ਤੇ ਆਨੰਦ ਵੱਜਦਾ, ਤੇ ਅਨਹਦ ਸ਼ਬਦ ਵਜੰਤਾ, ਉੱਥੇ ਅਨਹਦ ਸ਼ਬਦ ਵੱਜਦਾ ਹੈ। ਗੁਰੂ ਸਾਹਿਬ ਬਾਣੀ ਲਿਖਦੇ ਨੇ, ਤਹ ਅਨਹਦ ਸ਼ਬਦ ਵਜੰਤਾ ਦਾ ਮਤਲਬ ਵੱਜਦਾ ਏ, ਪਰ ਮੈਨੂੰ ਉੱਥੇ ਜਾਣਾ ਪੈਣਾ ਹੈ। ਅਸੀਂ ਉੱਥੇ ਗਏ ਕਦੀ ਨਹੀਂ, ਕਿਉਂਕਿ ਅਸੀਂ ਖੂਹ ਦੇ ਡੱਡੂ ਹਾਂ। ਅਸੀਂ ਖੂਹ ਤੋਂ ਬਾਹਰ ਗਏ ਕਈ ਨਹੀਂ, ਸਾਨੂੰ ਕੀ ਪਤਾ ਮਾਨਸ ਸਰੋਵਰ ਕਿੱਥੇ, ਸਾਗਰ ਕਿੱਥੇ। ਅਸੀਂ ਕਹਿੰਦੇ ਨਾ ਸਾਡੇ ਖੂਹ 'ਚ ਜੋ ਕੁਝ ਹੈ ਇਹੀ ਬਸ ਬਹੁਤ ਹੈ। ਜਿਹੜੇ ਲੋਕ ਇਨਕਾਰ ਕਰਦੇ ਨੇ ਉਹ ਖੂਹ ਦੇ ਡੱਡੂ ਵਰਗੇ ਹੁੰਦੇ ਨੇ। ਮਹਾਰਾਜ ਕੀ ਲੱਗੇ ਜਦੋਂ ਆਨੰਦ ਖਿੜਦਾ ਹੈ ਅਤੇ ਫਿਰ ਬਾਹਰ ਦੇ ਵਾਜੇ ਵਜਾਉਣ ਦੀ ਜ਼ਰੂਰਤ ਨਹੀਂ ਪੈਂਦੀ, ਫਿਰ ਅੰਦਰ ਵਾਜੇ ਵੱਜਦੇ ਨੇ। ਫਿਰ ਇਹਦਾ ਨਹੀਂ ਕਿ ਸ਼ੋਰ ਹੁੰਦਾ ਹੈ, ਫਿਰ ਅੰਦਰ ਆਨੰਦ ਹੈ, ਅੰਦਰ ਸੰਗੀਤ ਹੈ, ਅੰਦਰ ਇੱਕ ਕਲਾ ਹੈ, ਅੰਦਰ ਠਹਿਰਾਓ ਹੈ। ਫਿਰ ਕਿਸੇ ਦੇ ਕੋਲ ਕੋਈ ਆ ਕੇ ਬੈਠੇ ਤੇ ਭਾਵੇਂ ਨਾ ਬੈਠੇ, ਫਿਰ ਆਨੰਦ ਖੇੜਾ, ਬੋਰੀਅਤ ਨਾਮ ਦੀ ਚੀਜ਼ ਮੁੱਕ ਜਾਂਦੀ। ਅਸੀਂ ਕਿੰਨ ਬੋਰ ਹੋ ਰਹੇ ਹਾਂ, ਘਰ ਬੈਠੇ ਬੋਰ ਹੋ ਰਹੇ ਹਾਂ, ਫਿਰ ਉੱਥੇ ਬੋਰੀਅਤ ਮੁੱਕ ਜਾਂਦੀ। ਫਿਰ ਆਨੰਦ ਵਿੱਚ ਨੇਤਰ ਬੰਦ ਨੇ ਰੰਗ ਹੱਸਹਿ ਰੰਗ ਰੋਵਹਿ ਚੁੱਪ ਪੀ ਕਰ ਜਾਹੇ ਪਰਵਾਹ ਨਾ ਹੈ ਕਿਸੇ ਕਰੀ ਬਾਦ ਸੱਚੀ ਨਾ। ਅਨਹਦ ਸ਼ਬਦ ਵਜਾਇਆ ਅਤੇ ਉਹਨਾਂ ਦੀ ਅਵਸਥਾ ਕੀ, ਤਨ ਮਨ ਨਿਰਮਲ, ਨਿਰਮਲ ਬਾਣੀ ਸੱਚੀ ਸੱਚ ਸਮਾਇਆ। ਉਹਨਾਂ ਦਾ ਮਨ ਵੀ ਨਿਰਮਲ ਹੈ, ਤਨ ਵੀ ਨਿਰਮਲ ਹੈ। ਤਨ ਨਿਰਮਲ ਦਾ ਮਤਲਬ ਨਹੀਂ ਕਿ ਨਹਾਤਾ ਧੋਤਾ ਨਹੀਂ, ਪਾਪ ਤੋਂ ਬਚਿਆ ਤਨ। ਤਨ ਨਿਰਮਲ ਦਾ ਮਤਲਬ ਵਿਕਾਰ ਤੋਂ ਬਚਿਆ। ਹੁਣ ਗੁਨਾਹਗਾਰ ਨਹੀਂ ਹੈ, ਲੋਕਾਂ ਦੇ ਕੰਮ ਨੁਕਸਾਨ ਨਹੀਂ ਕਰਦਾ। ਹੁਣ ਇਹਨੇ ਆਪਣੇ ਮਨ ਨੂੰ ਅਤੇ ਆਪਣੇ ਤਨ ਨੂੰ ਗੁਨਾਹਾਂ ਤੋਂ ਬਚਾ ਲਿਆ, ਨਿਰਮਲਤਾ ਨੂੰ ਪ੍ਰਾਪਤ ਕਰ ਲਿਆ। ਅਤੇ ਕਰਦਾ ਕੀ, ਸੱਚੀ ਬਾਣੀ। ਯਾਦ ਰੱਖਣਾ, ਇਹਦੀ ਤਾਸੀਰ ਅਤੇ ਇਹਦੀ ਤਾਕਤ ਬਾਣੀ ਹੀ ਹੈ। ਬਾਣੀ ਤੋਂ ਬਿਨਾਂ ਹੋਰ ਕੁਝ ਵੀ ਨਹੀਂ ਬਣਨਾ। ਇਸੇ ਕਰਕੇ ਬਾਣੀ ਸੁਣਨੀ, ਬਾਣੀ ਪੜ੍ਹਨੀ, ਬਾਣੀ ਸਮਝਣੀ, ਬਾਣੀ ਗਾਵਣੀ, ਇਹ ਸਭ ਕੁਝ ਬਾਣੀ ਦੇ ਅਲੱਗ-ਅਲੱਗ ਰੂਪ ਰੰਗ ਨੇ। ਸੱਚੇ ਸੱਚ ਸਮਾਇਆ, ਬਾਣੀ ਦੇ ਸਦਕੇ ਸੱਚ ਵਿੱਚ ਸਮਾਜਦਾ ਹੈ। ਫਿਰ ਪਿਆਰ ਨਾਲ ਸ਼ਬਦ ਦੀ ਸੰਪੂਰਨਤਾ ਕਰਕੇ ਲਿਖ ਭਾਈ, ਰਾਮ ਨਾਮ ਕੀ ਗਤ ਕੋਈ ਨਾ ਬੂਝੈ। ਪਰਮੇਸ਼ਰ ਵਾਹਿਗੁਰੂ ਜੀ ਦਾ ਨਾਮ ਕਿੰਨਾ ਵੱਡਾ ਹੈ, ਕਿੰਨਾ ਵਿਸ਼ਾਲ ਹੈ, ਇਹਦੀ ਅਵਸਥਾ ਨੂੰ ਕੋਈ ਜਾਣ ਨਹੀਂ ਪਾਉਂਦੇ। ਅਤੇ ਗਤ ਦਾ ਮਤਲਬ ਅਵਸਥਾ। ਨਾਮ ਦੀ ਅਵਸਥਾ ਕਿਤਨੀ ਉੱਚੀ ਹੈ, ਨਾਮ ਦੀ ਕਿਤਨੀ ਵੱਡੀ ਵਡਿਆਈ ਹੈ, ਅਸੀਂ ਨਹੀਂ ਜਾਣ ਪਾਵਾਂਗੇ। ਭਾਈ ਸਾਹਿਬ ਭਾਈ ਵੀਰ ਸਿੰਘ ਨੇ ਜ਼ਿਕਰ ਕੀਤਾ ਨਾ ਕਿ ਅਸੀਂ ਸਮੁੰਦਰਾਂ ਦੇ ਪਾਣੀ ਤੋਂ ਲੂਣ ਬਣਦਾ ਦੇਖਿਆ, ਸੁਣਿਆ ਤਾਂ ਹੈ ਨਾ ਵੀ ਸਮੁੰਦਰਾਂ ਦੇ ਪਾਣੀ ਤੋਂ ਲੂਣ ਬਣਦਾ, ਵੀ ਸੁਣਿਆ ਹੈ। ਇਸ ਪਾਸੇ ਦਾ ਸਾਊਥ ਵੱਲ ਕਿਤੇ ਜੇ ਤਾਂ ਦੇਖਿਆ ਵੀ ਹੋਏਗਾ ਸ਼ਾਇਦ, ਸਮੁੰਦਰਾਂ ਦੇ ਕੰਢਿਆਂ 'ਤੇ ਲੂਣ ਬਣਦਾ। ਹੁਣ ਲੂਣ ਦੀ ਡਲੀ ਸੁੱਕੇ ਕਠੋਰ ਪੱਥਰ ਵਾਂਗ ਲੱਗਦੀ ਹੈ, ਪਰ ਭਾਈ ਹੈ ਤੇ ਪਾਣੀ ਨਾ, ਸੁੱਕਿਆ ਹੋਇਆ ਪਾਣੀ ਹੈ। ਹੁਣ ਉਹਨਾਂ ਨੇ ਸਮੁੰਦਰ ਦੀ ਗਹਿਰਾਈ ਬਾਰੇ ਸੁਣਿਆ ਵੀ ਸਮੁੰਦਰ ਬੜਾ ਵੱਡਾ ਹੈ। ਸਲਾਹ ਬਣੀ ਵੀ ਆਪਾਂ ਦੇਖੀਏ, ਪਤਾ ਕਰੀਏ ਸਮੁੰਦਰ ਦੇ ਕੰਢੇ ਪਈਆਂ, ਸਮੁੰਦਰ ਕਿੰਨਾ ਕੁ ਵੱਡਾ ਹੈ, ਜਾ ਕੇ ਪਤਾ ਤਾਂ ਕਰੀਏ। ਇੱਕ ਡਲੀ ਚੱਲੀ, ਮੈਂ ਜਾ ਕੇ ਪਤਾ ਕਰਦੀ ਹਾਂ ਸਮੁੰਦਰ ਕਿੰਨਾ ਕੁ ਵੱਡਾ ਹੈ। ਕਲਪਨਾ ਕਰਨਾ, ਲੂਣ ਦੀ ਡਲੀ ਸਮੁੰਦਰ 'ਚ ਜਾਏਗੀ ਅਤੇ ਕੀ ਵਾਪਸ ਮੁੜ ਕੇ ਆ ਕੇ ਦੱਸਣ ਜੋਗੀ ਰਹੇਗੀ? ਅਤੇ ਕਹਿੰਦੇ ਨਹੀਂ, ਕਿਸੇ ਨੂੰ ਰਹੱਸ ਨੂੰ ਪ੍ਰਗਟ ਕੀਤਾ, ਚੱਲੀ ਪੁੱਤਰੀ ਲੂਣ ਦੀ ਥਾਂ ਸਿੰਧ ਦੀ ਲੈਣ। ਜਿਵੇਂ ਇੱਕ ਲੂਣ ਦੀ ਡਲੀ ਸਮੁੰਦਰ ਦੀ ਥਾਂ ਨਹੀਂ ਲੈ ਸਕਦੀ, ਪਰ ਜਾਂਦੀ ਜ਼ਰੂਰ ਹੈ, ਇਸੇ ਤਰ੍ਹਾਂ ਅਸੀਂ ਲੂਣ ਦੀ ਡਲੀ ਵਾਂਗ ਛੋਟਾ ਜਿਹਾ ਜੀ ਹਾਂ। ਰੱਬ ਦੀ ਬਰਕਤਾਂ, ਰੱਬ ਦੀ ਵਡਿਆਈ ਜਾਣ ਨਹੀਂ ਸਕਦੇ, ਪਰ ਜਾਣਾ ਤਾਂ ਜ਼ਰੂਰ ਹੈ ਨਾ। ਜਾਣਾ ਵੀ ਹੈ, ਕਿਉਂਕਿ ਸਮਾਉਣਾ ਹੀ ਉਹਦੇ ਵਿੱਚ ਹੈ। ਹੁਣ ਗੰਗਾ ਵਰਗੇ ਦਰਿਆ, ਗੋਦਾਵਰੀ ਵਰਗੇ ਦਰਿਆ ਕੀ ਸਾਗਰ ਦੀ ਗਹਿਰਾਈ ਨਾਪ ਲੈਣਗੇ? ਨਹੀਂ, ਪਰ ਜਾਣਾ ਤਾਂ ਸਾਗਰ ਵਿੱਚ ਹੀ ਹੈ ਨਾ। ਪਹਾੜਾਂ ਤੋਂ ਨਿਕਲ ਕੇ ਪਤਾ ਨਹੀਂ ਕਿੰਨੀਆਂ ਠੋਕਰਾਂ ਖਾ ਕੇ ਗੰਗਾ ਸਾਗਰ 'ਚ ਪਹੁੰਚਦੀ ਹੈ। ਸਾਗਰ ਦੀ ਗਹਿਰਾਈ ਥੋੜ੍ਹਾ ਨਾਪਦੀ ਹੈ, ਨਹੀਂ, ਸਮਾਉਣਾ ਹੈ। ਯਾਦ ਰੱਖਣਾ, ਜਿਨ੍ਹਾਂ ਨਕਸ਼ਿਆਂ ਨੂੰ ਦੇਖਿਆ ਜਾਂ ਸਾਗਰ ਦੇ ਕੰਢੇ ਜਾਣ ਦਾ ਜਿਹਨੂੰ ਵਕਤ ਮਿਲੇ ਦੇਖਿਆ ਹੋਣਾ, ਨਕਸ਼ੇ 'ਤੇ ਇੱਕ ਕਦਮ ਪਹਿਲਾਂ ਗੰਗਾ ਦਾ ਨਾਮ ਹੈ ਅਤੇ ਅਗਲੇ ਕਦਮ 'ਤੇ ਗੰਗਾ ਦਾ ਨਾਮ ਨਹੀਂ ਹੈ। ਕਿਤੇ ਇਸ ਰਸਮ ਨੂੰ ਦੇਖਿਆ, ਲਕੀਰ ਖਿੱਚੀ ਨਕਸ਼ੇ 'ਤੇ ਛੋਟੀ ਜੀ, ਇੱਕ ਕਦਮ ਪਹਿਲਾਂ ਗੰਗਾ ਦਾ ਨਾਮ ਹੈ। ਗੰਗਾ ਬੜਾ ਵੱਡਾ ਦਰਿਆ ਹੈ ਭਾਈ, ਲੋਕ ਪੂਜਦੇ ਨੇ, ਪਰ ਲਕੀਰ ਤੋਂ ਅਗਲੇ ਪਾਸੇ ਗੰਗਾ ਦਾ ਕੋਈ ਨਾਮੋ ਨਿਸ਼ਾਨ ਤੱਕ ਨਹੀਂ ਕਿ ਗੰਗਾ ਸੁੱਕ ਗਈ ਹੈ। ਨਹੀਂ,
ਗੰਗਾ ਸਮਾ ਗਈ ਹੈ। ਹੁਣ ਸਾਗਰ ਦਾ ਨਾਮ ਹੈ, ਹੁਣ ਗੰਗਾ ਦਾ ਨਾਮ ਨਹੀਂ ਹੈ, ਹੁਣ ਸਾਗਰ ਦਾ ਨਾਮ। ਇਵੇਂ ਇੱਕ ਕਦਮ ਤੇ ਇੱਕ ਲਕੀਰ, ਬਹੁਤ ਮਾਈਨਰ ਜਿਹਾ ਭੇਤ ਹੈ। ਇਸ ਪਾਸੇ ਸੰਗਤ ਦਾ ਨਾਮ ਹੈ, ਇਹ ਤੋਂ ਅੱਗੇ ਗੁਰੂ ਦਾ ਨਾਮ ਹੈ। ਬਹੁਤ ਮਾਈਨਰ, ਇਹ ਤਾਂ ਗੁਰੂ ਦਰਿਆਓ ਹੈ, ਸਦਾ ਜਲ ਨਿਰਮਲ ਹੈ। ਬਹੁਤ ਮਾਈਨਰ ਜਿਹਾ ਭੇਤ ਹੈ। ਇੱਧਰ ਗੁਰੂ ਹੈ, ਉੱਥੇ ਪ੍ਰਮਾਤਮਾ ਹੈ। ਸਾਨੂੰ ਨਹੀਂ ਪਤਾ ਲੱਗਦਾ ਕਦੋਂ ਪ੍ਰਮਾਤਮਾ ਅਤੇ ਕਦੋਂ ਗੁਰੂ ਹੈ, ਪਰ ਹੈ ਤੇ ਇਹਨਾਂ ਦੋਨੋਂ ਰੂਪ ਨੇ। ਇੱਧਰ ਗੰਗਾ ਹੈ, ਉੱਧਰ ਸਾਗਰ ਹੈ। ਅਸੀਂ ਵੀ ਇੱਥੇ ਜਾਣਾ ਹੈ, ਅਸੀਂ ਉਸ ਵਿੱਚ ਸਮਾ ਜਾਣਾ। ਕਹਿਣ ਲੱਗੇ ਰਾਮ ਨਾਮ ਕੀ ਗਤ ਕੋਈ ਨਾ ਬੂਝੈ। ਕੀ ਕਰ ਸਕਦੇ ਹੋ? ਕਹਿਣ ਲੱਗੇ ਗੁਰਮਤਿ ਹਿਰਦੈ ਸਮਾਈ। ਬਸ ਉਹਦੀ ਵਡਿਆਈ ਹਿਰਦੇ 'ਚ ਆ ਸਕਦੀ ਕਿਵੇਂ? ਜਿਤਨਾ ਵੱਡਾ ਹਿਰਦੇ ਦੀ ਪਾਤਰਤਾ ਹੈ, ਉਤਨੀ ਸਾਡੇ ਹਿਰਦੇ 'ਚ ਨਾਮ ਦੀ ਸਮਾਈ ਹੋ ਜਾਏਗੀ। ਜਿਹਨੂੰ ਮਸਕੀਨ ਸਾਹਿਬ ਕਹਿੰਦੇ, ਜੇ ਭਾਈ ਤੇਰੇ ਕੋਲ ਗਾਗਰ ਹੈ ਤੇ ਗਾਗਰ ਜਿਤਨਾ ਜਲ ਤੇਰੇ ਕੋਲ ਸਮਾ ਜਾਏਗਾ, ਤੇ ਜੇ ਕੋਈ ਗੜਵੀ ਹੈ ਤੇ ਗੜਵੀ ਜਿੰਨਾ ਜਲ ਤੇਰੇ ਸਮਾ ਜਾਏਗਾ, ਤੇ ਵੀ ਜੇ ਤੇਰੇ ਕੋਲ ਕੌਲੀ ਹੈ ਤੇ ਕੌਲੀ ਜਿੰਨਾ ਆ ਜਾਏਗਾ। ਆਏਗਾ ਤੇ ਉਤਨਾ ਜਿਤਨੀ ਤੇਰੀ ਪਾਤਰਤਾ ਹੈ। ਸਾਡੇ ਕੋਲ ਉਨਾ ਹੀ ਨਾਮ ਆਏਗਾ ਜਿਤਨੀ ਪਾਤਰਤਾ ਸਮਾਈ।